ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਡੇਰਾ ਸਿਰਸਾ ਨੂੰ ਲੈ ਕੇ ਕਈ ਸਾਰੇ ਵਿਵਾਦ ਚੱਲਦੇ ਆ ਰਹੇ ਨੇ। ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈਗਾ, ਪਰ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਡੇਰਾ ਦਾ ਸਮੇਂ ਦੇ ਉੱਤੇ ਸਮਰਥਨ ਲੈਂਦੀਆਂ ਰਹੀਆਂ ਨੇ। ਹਾਲਾਂਕਿ ਖੁੱਲ੍ਹੇ ਤੌਰ ਦੇ ਉੱਤੇ ਇਹਨਾਂ ਇਲਜ਼ਾਮਾਂ ਨੂੰ ਪਾਰਟੀਆਂ ਨੇ ਐਕਸੈਪਟ ਨਹੀਂ ਕੀਤਾ। ਇਹ ਇਲਜ਼ਾਮ ਅਕਾਲੀ ਦਲ ਦੇ ਉੱਤੇ ਵੀ ਲੱਗੇ, ਕਾਂਗਰਸ ਦੇ ਉੱਤੇ ਵੀ ਲੱਗਦੇ ਰਹੇ ਨੇ, ਪਰ ਪਾਰਟੀਆਂ ਖੁੱਲ੍ਹੇ ਤੌਰ ਤੇ ਕਹਿੰਦੀ ਰਹੇ ਨੇ ਕਿ ਉਹਨਾਂ ਦੀ ਵੋਟ ਪੋਲਿਟਿਕਸ ਨੂੰ ਲੈ ਕੇ ਡੇਰੇ ਦੇ ਨਾਲ ਕੋਈ ਸਾਂਝ ਨਹੀਂ ਹੈਗੀ। ਡੇਰਾ ਸਮਰਥਕਾਂ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਸੰਬੰਧ ਵਿੱਚ ਉਹਨਾਂ ਨੇ ਕਈ ਸਾਰੀਆਂ ਖੁਲਾਸੇ ਕੀਤੇ ਨੇ। ਡੇਰੇ ਦੇ ਵੱਲੋਂ ਉਹਨਾਂ ਨੇ ਆਪਦੀ ਸਫਾਈ ਵੀ ਪੇਸ਼ ਕੀਤੀ ਹੈਗੀ ਹੈ। ਪਰ ਇਸ ਸਭ ਦੇ ਵਿੱਚ ਖਾਸ ਤੌਰ ਤੇ ਡੇਰਾ ਸਮਰਥਕਾਂ ਨੇ ਇੱਕ ਹੋਰ ਗੱਲ ਆਖੀ ਹੈ ਕਿ 2017 ਵਿਧਾਨ ਸਭਾ ਚੋਣਾਂ ਦੇ ਅੰਦਰ ਡੇਰਾ ਸਿਰਸਾ ਵੱਲੋਂ ਅਕਾਲੀ ਬੀਜੇਪੀ ਪਾਰਟੀ ਦਾ ਸਮਰਥਨ ਕੀਤਾ ਗਿਆ ਸੀ, ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਗਈਆਂ ਸੀ। ਉਸ ਦੇ ਏਵਜ ਦੇ ਵਿੱਚ ਹੀ ਹੁਣ ਉਹਨਾਂ ਨੂੰ ਮੌਜੂਦਾ ਕਾਂਗਰਸ ਸਰਕਾਰ ਪਰੇਸ਼ਾਨ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ SIT ਰਣਬੀਰ ਸਿੰਘ ਖੱਟਰ ਦੀ ਅਗਵਾਈ ਦੇ ਵਿੱਚ ਬਣੀ ਹੋਈ, ਜਿਹਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਸੀ ਡੇਰਾ ਸਮਰਥਕਾਂ ਦੀ, ਉਸੇ ਸਬੰਧ ਦੇ ਵਿੱਚ ਆਖਿਆ ਜਾ ਰਿਹਾ ਹੈ ਕਿਉਂਕਿ 2017 ਦੇ ਵਿੱਚ ਕਾਂਗਰਸ ਨੂੰ ਵੋਟ ਨਹੀਂ ਦਿੱਤੇ, ਇਸ ਦੇ ਲਈ ਹੀ SIT ਜਿਹੜੀ ਹੈਗੀ ਆ ਜਾਂ ਪੰਜਾਬ ਸਰਕਾਰ ਮੌਜੂਦਾ ਜਿਹੜੀ ਹੈਗੀ ਆ ਉਹ ਡੇਰਾ ਸਮਰਥਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਹ ਡੇਰਾ ਵੱਲੋਂ ਪੱਖ ਰੱਖਿਆ ਗਿਆ ਹੈ, ਪਰ ਖੁੱਲ੍ਹ ਕੇ ਉਹਨਾਂ ਨੇ ਪਹਿਲੀ ਵਾਰੀ ਐਕਸੈਪਟ ਕੀਤਾ ਹੈਗਾ ਕਿ 2017 ਚੋਣਾਂ ਦੇ ਵਿੱਚ ਡੇਰਾ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਤੇ BJP ਦੇ ਲਈ ਵੋਟਿੰਗ ਕੀਤੀ ਸੀਗੀ। ਹਾਲਾਂਕਿ ਜਿਸ ਸਮੇਂ ਕਲੋਜ਼ਰ ਰਿਪੋਰਟ CBI ਨੇ ਫਾਈਲ ਕੀਤੀ ਸੀ, ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਖਿਆ ਕਿ ਅਸੀਂ ਜਾਂਚ ਦੁਬਾਰਾ ਕਰਾਂਗੇ। CBI ਦੀ ਕਲੋਜ਼ਰ ਰਿਪੋਰਟ ਤੇ ਕਈ ਸਾਰੇ ਸਵਾਲ ਉੱਠੇ, ਪਰ ਹੁਣ ਜਦੋਂ ਦੁਬਾਰਾ SIT ਨੇ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ 48 ਘੰਟਿਆਂ ਦੇ ਅੰਦਰ CBI ਮੋਹਾਲੀ ਦੀ ਕੋਰਟ ਦੇ ਵਿੱਚ ਪਹੁੰਚੀ ਔਰ ਉਹਨਾਂ ਨੇ ਇਸ ਦੀ ਜਾਂਚ ਦੇ ਉੱਤੇ ਰੋਕ ਲਾਉਣ ਦੀ ਅਰਜ਼ੀ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ। ਪਰ ਪੋਲੀਟੀਕਲ ਪਾਰਟੀਆਂ ਦੀ ਸਾਂਝ ਚਾਹੇ ਕੋਈ ਵੀ ਹੋਵੇ, ਹੁਣ ਜਿਸ ਤਰ੍ਹਾਂ ਦਾ ਇਲਜ਼ਾਮ ਡੇਰਾ ਸਿਰਸਾ ਨੇ ਲਾਇਆ ਹੈ ਕਿ ਜੇਕਰ ਅਸੀਂ ਵੋਟ ਨਹੀਂ ਕੀਤੇ ਤਾਂ ਸਾਡੇ ਲਈ ਸਮੱਸਿਆ ਹੋ ਰਹੀ ਹੈ, ਜੇਕਰ ਉਹ ਵੋਟ ਕਰਦੇ ਨੇ ਤਾਂ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਣਗੀਆਂ। ਹਾਲਾਂਕਿ ਖੁੱਲ੍ਹੇ ਤੌਰ ਦੇ ਉੱਤੇ ਪਾਰਟੀਆਂ ਐਕਸੈਪਟ ਨਹੀਂ ਕਰਦੀਆਂ ਰਹੀਆਂ ਔਰ ਜਿਸ ਸਮੇਂ ਡੇਰਾ ਸਿਰਸਾ ਦੇ ਲਈ ਵੋਟ ਮੰਗੇ ਗਏ ਡੇਰਾ ਸਿਰਸਾ ਤੋਂ, ਉਸ ਸਮੇਂ ਪੰਜਾਬ ਦੇ ਵਿੱਚ ਬਰਗਾੜੀ ਬੇਅਦਬੀ ਦਾ ਮਾਮਲਾ ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਸੀਗਾ। 2015 ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ ਔਰ 2017 ਵਿਧਾਨ ਸਭਾ ਚੋਣਾਂ ਜਿਹੜੀਆਂ ਸੀ ਉਹ ਬੇਅਦਬੀ ਕਾਂਡ ਨੂੰ ਲੈ ਕੇ ਉਸ ਦਾ ਪੀਕ ਦਾ ਸਮਾਂ ਹੈਗਾ ਸੀਗਾ। ਵੋਟਾਂ ਦੇ ਲਈ ਕਿਆ ਬੇਅਦਬੀ ਜਿਹੇ ਮੁੱਦੇ ਦੇ ਉੱਤੇ ਕੰਪਰੋਮਾਈਜ਼ ਉਸ ਸਮੇਂ ਕੀਤਾ ਗਿਆ ਜਾਂ ਹੁਣ ਬੇਅਦਬੀ ਜਿਹੇ ਮੁੱਦੇ ਦੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਡੇਰਾ ਕਹਿ ਰਿਹਾ ਕਿ ਸਾਡੇ ਨਾਲ ਕਿੜ ਕੱਢੀ ਜਾ ਰਹੀ ਹੈ, ਉਹ ਸਿਰਫ ਇਸ ਲਈ ਕੀਤੀ ਜਾ ਰਹੀ ਹੈ ਕਿ ਵੋਟਾਂ ਨਹੀਂ ਪਾਈਆਂ। ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਮੁਖਤਲਿਫ ਪਾਰਟੀਆਂ ਦੇ ਮਹਿਮਾਨ ਮੌਜੂਦ ਹੈਗੇ ਨੇ, ਉਹਨਾਂ ਦਾ ਤਾਰੁਫ ਕਰਵਾ ਦਿੰਦੇ ਹਾਂ। ਸਾਡੇ ਨਾਲ BJP ਤੋਂ ਹਰਜੀਤ ਸਿੰਘ ਗਰੇਵਾਲ ਹੈਗੇ ਨੇ, BJP ਦੇ ਸੀਨੀਅਰ ਲੀਡਰ ਨੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਅਮਰਦੀਪ ਸਿੰਘ ਧਾਰਨੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਐਡਵੋਕੇਟ ਵੀ ਨੇ। ਧਾਰਨੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਕਾਂਗਰਸ ਦੇ ਸਪੋਕਸਪਰਸਨ ਦਲਜੀਤ ਸਿੰਘ ਗਿਲਜੀਆਂ ਸਾਡੇ ਨਾਲ ਜੁੜੇ ਹੋਏ ਨੇ। ਦਲਜੀਤ ਸਿੰਘ ਗਿਲਜੀਆਂ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਕਾਂਗਰਸ ਦੇ ਸਪੋਕਸਪਰਸਨ ਨੇ। ਗਿਲਜੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਥੈਂਕ ਯੂ ਜੀ ਪਾਵਲ ਜੀ। ਸਭ ਤੋਂ ਪਹਿਲਾਂ ਮੈਂ ਦਲਜੀਤ ਜੀ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਕਿਉਂਕਿ ਮੌਜੂਦਾ ਸਰਕਾਰ ਦੇ ਉੱਤੇ ਸਵਾਲ ਚੁੱਕਿਆ ਹੈਗਾ ਡੇਰੇ ਨੇ। ਸਭ ਤੋਂ ਪਹਿਲਾਂ ਕਹਿੰਦੇ ਕਿ ਕਿਉਂਕਿ 2017 ਦੇ ਵਿੱਚ ਤੁਹਾਨੂੰ ਵੋਟਾਂ ਨਹੀਂ ਪਾਈਆਂ, ਇਹ ਸਭ ਕੁਝ ਉਸ ਦੇ ਲਈ ਹੋ ਰਿਹਾ। ਜੇਕਰ 2007 'ਚ ਤੁਹਾਨੂੰ ਵੋਟਾਂ ਪਾਉਂਦੇ ਸੀਗੇ ਤੇ ਸ਼ਾਇਦ ਉਦੋਂ ਇਸ ਤਰ੍ਹਾਂ ਦੀ ਸਮੱਸਿਆ ਡੇਰੇ ਨੂੰ ਨਹੀਂ ਆਉਂਦੀ ਸੀ। ਹੁਣ ਜੇ ਪਰਤਾਂ ਖੁੱਲ੍ਹ ਰਹੀਆਂ ਤੇ ਇਸ ਲਈ ਖੁੱਲ੍ਹ ਰਹੀਆਂ ਕਿ ਡੇਰੇ ਨੂੰ ਵੋਟਾਂ ਨਹੀਂ ਪਾਈਆਂ। ਦੂਸਰਾ ਇਲਜ਼ਾਮ ਕਾਂਗਰਸ ਦੇ ਉੱਤੇ ਇਹ ਵੀ ਹੈਗਾ ਕਿ 3 ਸਾਲ ਦਾ ਸਮਾਂ ਬੀਤ ਗਿਆ, ਜਾਂਚ ਲਟਕਦੀ ਗ੍ਰਿਫਤਾਰੀਆਂ ਲਟਕਦੀਆਂ ਹੁਣ ਤੱਕ ਆ ਗਈਆਂ ਜਦੋਂ ਤੁਸੀਂ ਇਲੈਕਸ਼ਨ ਈਅਰ ਦੇ ਨਜ਼ਦੀਕ ਪਹੁੰਚ ਰਹੇ ਹੋ। ਪਮਿਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਡਿਸਕਸ਼ਨ ਰੱਖੀ ਅੱਜ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਇਲਜ਼ਾਮ ਦੀ, 2017 ਚ ਅਕਾਲੀ ਦਲ ਵੋਟਾਂ ਲੈਣ ਗਿਆ। ਤੁਸੀਂ ਇੱਕ ਸਿਨੈਰੀਓ ਨੂੰ ਸਮਝੋ ਕਿ ਪੰਜਾਬ ਚ ਹਰ ਸਿੱਖ ਦਾ ਹਿਰਦੇ ਦੁਖੀ ਹੋਇਆ ਸੀ ਜਦੋਂ ਬੇਅਦਬੀਆਂ ਹੋਈਆਂ ਸੀ ਔਰ ਅਕਾਲੀ ਦਲ ਆਪਣੇ ਆਪ ਨੂੰ ਪੰਥ ਦੀ ਠੇਕੇਦਾਰ ਪਾਰਟੀ ਕਹਿੰਦੀ ਹੈ ਤੇ ਇਸ ਤੋਂ ਬਾਵਜੂਦ ਵੀ ਉਹ 2017 ਚ ਡੇਰੇ ਵਾਲਿਆਂ ਕੋ ਵੋਟਾਂ ਲੈਣ ਲਈ ਉੱਥੇ ਪਹੁੰਚੇ ਔਰ ਵੋਟਾਂ ਲਈਆਂ। ਦੂਜੀ ਗੱਲ, ਤੁਸੀਂ ਇੱਕ ਧੱਕੇ ਦੀ ਗੱਲ ਕਰਦੇ ਨੇ। ਤੁਸੀਂ ਦੱਸੋ 2017 ਦੇ ਬਾਅਦ ਸਿਸਟਮੈਟਿਕਲੀ ਇਨਕੁਆਇਰੀਜ਼ ਹੋਈਆਂ ਨੇ, ਪਹਿਲਾਂ ਕਿਉਂ ਨਹੀਂ ਅਰੈਸਟ ਹੋਈਆਂ ਇਹਨਾਂ ਦੀਆਂ? ਜੇ 2017 ਚ ਆਮਾ ਇਮੀਡੀਏਟਲੀ ਆ ਕੇ ਇਹਨਾਂ ਤੇ ਐਕਸ਼ਨ ਹੁੰਦਾ ਡੇਰੇ ਵਾਲਿਆਂ ਤੇ ਤਾਂ ਤੁਸੀਂ ਕਹਿ ਸਕਦੇ ਸੀ ਕਿ ਪੋਲੀਟੀਕਲ ਵੈਂਡੇਟਾ। ਅੱਜ 2020 ਚ ਐਂਟਰ ਹੋ ਗਏ ਆਪਾਂ,
SIT ਪੁਰਾਣੀ ਬਣੀ ਹੈ, ਉਹਨੇ ਥੋਰੋਲੀ ਇਨਵੈਸਟੀਗੇਸ਼ਨ ਕੀਤੀ। RS ਕਮਿਸ਼ਨ, ਰਣਜੀਤ ਸਿੰਘ ਕਮਿਸ਼ਨ ਹੈ ਜਿਹੜੇ, ਉਹਨਾਂ ਨੇ ਥੋਰੋਲੀ ਇਨਕੁਆਇਰੀ ਕਰਕੇ ਇਹ ਡੇਰਾ ਐਂਗਲ ਉਹਨਾਂ ਨੇ ਕੀਤਾ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਡੇਰਾ ਐਂਗਲ ਤੇ ਕਦੀ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ। ਧੱਕੇ ਦੀ ਤੇ ਤਾਂ ਗੱਲ ਹੋਈ ਜੇ ਤੁਸੀਂ ਉਸ ਐਂਗਲ ਦੀ ਇਨਵੈਸਟੀਗੇਸ਼ਨ ਕੀਤੀ ਹੋਵੇ। CBI ਦੀ ਕਲੋਜ਼ਰ ਰਿਪੋਰਟ ਦੀ ਗੱਲ ਕੀਤੀ ਹੈ, ਜਦ ਵਿਧਾਨ ਸਭਾ ਨੇ ਇੱਕ ਮਤਾ ਪਾਸ ਕਰਕੇ CBI ਕੋ ਵਾਪਸ ਲੈ ਲਿਆ ਸੀ ਇਨਕੁਆਇਰੀ, ਫਿਰ CBI ਦਾ ਮਤਲਬ ਕਿਸੇ ਕਲੋਜ਼ਰ ਰਿਪੋਰਟ ਫਾਈਲ ਕਰਨ ਦਾ। ਇਹ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਐਡੀ ਜਲਦਬਾਜ਼ੀ ਕਿਉਂ ਸੀ CBI ਨੂੰ, ਜਦ ਕਿ ਉਹਨੇ ਇਨਕੁਆਇਰੀ ਨਹੀਂ ਥੋਰਲੀ ਕੀਤੀ ਤੇ ਕਲੋਜ਼ਰ ਰਿਪੋਰਟ ਫਾਈਲ ਕਰਤੀ। ਜਿਹੜੇ ਐਂਗਲ RS ਰਣਜੀਤ ਸਿੰਘ ਕਮਿਸ਼ਨ ਨੇ ਔਰ ਖਟੜਾ SIT ਖਟੜਾ ਜਿਹੜੀ ਬਣੀ ਸੀ ਉਹਨਾਂ ਨੇ, ਔਰ ਕੁੰਵਰ ਵਿਜੇ ਪ੍ਰਤਾਪ ਨੇ, ਜਿਹੜਾ ਤਿੰਨਾਂ ਨੇ ਅਲੱਗ-ਅਲੱਗ ਐਂਗਲਸ ਨੂੰ ਫੇਸ ਕਰਕੇ ਇੱਕ ਡੇਰੇ ਵਾਲੇ ਐਂਗਲ ਦੇ ਐਲੀਗੇਸ਼ਨ ਲੈ ਕੇ ਆਂਦਾ, ਉਹ ਪਹਿਲਾਂ ਕਿਉਂ ਨਹੀਂ ਚੈੱਕ ਹੋਇਆ? ਡੇਰੇ ਨੂੰ ਤਾਂ ਉਲਟਾ ਅਕਾਲੀ ਦਲ 2007 ਤੋਂ ਲੈ ਕੇ 17 ਤੱਕ ਬਚਾਉਂਦਾ ਰਿਹਾ। ਮੈਂ ਤੁਹਾਨੂੰ ਅੱਗੇ ਚੱਲ ਕੇ ਉਹਦੇ ਪ੍ਰੂਫ ਦਿਆਂਗਾ ਕਿੱਦਾਂ ਬਚਾਉਂਦਾ ਰਿਹਾ 2007 ਤੋਂ ਲੈ ਕੇ 17 ਤੱਕ। ਇਹ ਤਾਂ ਬਿਲਕੁਲ ਹੀ ਬਚਕਾਨਾ ਵਾਲੀ ਮੇਰੇ ਐਲੀਗੇਸ਼ਨ ਲੱਗੇ ਕਿ ਤੁਸੀਂ ਵੈਂਡੇਟਾ ਕਰਕੇ ਅਸੀਂ ਕਰ ਰਹੇ ਹਾਂ। 2017 ਚ ਵੋਟਾਂ ਹੋ ਗਈਆਂ, 2019 ਦੀ ਪਾਰਲੀਮੈਂਟ ਲੰਘ ਗਈ, ਪਾਰਲੀਮੈਂਟ ਚ ਕਾਂਗਰਸ ਨੂੰ 9 ਸੀਟਾਂ ਮਿਲੀਆਂ, ਤੇ ਵੈਂਡੇਟਾ ਕਿੱਥੇ ਰਹਿ ਗਿਆ? ਠੀਕ ਹੈ ਧਾਰਨੀ ਸਾਹਿਬ, ਹੁਣ ਤੇ ਕਹਿੰਦੇ ਹੁੰਦੇ ਪੰਜਾਬੀ ਚ ਕਿ ਬਿੱਲੀ ਥੈਲਿਓ ਬਾਹਰ ਆਉਣ ਵਾਲਾ ਕੰਮ ਹੋ ਗਿਆ ਕਿ ਅਕਾਲੀ ਦਲ, ਜਿਸ ਸਮੇਂ ਅਕਾਲੀ ਦਲ ਦੇ ਲੀਡਰਾਂ ਦੀਆਂ ਤਸਵੀਰਾਂ ਆਉਂਦੀਆਂ ਸੀ ਉਸ ਸਮੇਂ ਵੱਖ-ਵੱਖ ਕਿਸਮ ਦੇ ਤਰਕ ਦਿੱਤੇ ਜਾਂਦੇ ਸੀ। ਹੁਣ ਤੇ ਡੇਰੇ ਦੇ ਲੋਕ ਆ ਕੇ ਕਹਿ ਰਹੇ ਨੇ ਕਿ ਵੋਟਾਂ ਲੈਣੀਆਂ ਸੀਗੀਆਂ, ਸਾਡੇ ਕੋਲ ਤਾਂ ਆਏ ਸੀ, ਅਸੀਂ ਵੋਟਾਂ ਲਈਆਂ ਸੀ। ਔਰ ਉਸ ਸਮੇਂ ਜਦੋਂ ਪੀਕ ਤੇ ਸੀ ਬੇਅਦਬੀਆਂ ਦਾ ਮੁੱਦਾ, ਅਕਾਲੀ ਦਲ BJP ਦੀ ਸਰਕਾਰ ਦੇ ਖਿਲਾਫ। ਦੇਖੋ ਪਮੇਲ ਜੀ, ਸਵਾਲ ਇਹ ਹੈਗਾ ਕਿ ਟਾਈਮ ਟੂ ਟਾਈਮ ਜਿਹੜੇ ਹੈਗੇ ਹਾਲਾਤ ਬਦਲੀ ਜਾ ਰਹੇ ਆ ਔਰ ਲੋਕਾਂ ਦਾ ਸਿਸਟਮ ਬਦਲਦਾ ਜਾ ਰਿਹਾ। ਤੁਸੀਂ ਦੇਖਿਆ ਹੋਣਾ ਹੈ ਕਿ 2000 ਹੁਣ ਜਿਹੜਾ ਹੈਗਾ 20 ਹੈ, ਆਲਮੋਸਟ ਮਿਡ ਆਫ 20 ਹੈਗੀ ਹੈ। 2017 ਤੋਂ ਲੈ ਕੇ ਇਹ ਜਿਹੜੀ ਮਿਸਟਰ ਖਟੜਾ ਵਾਲੀ ਜਿਹੜੀ ਹੈਗੀ ਸਿੱਟ ਬਣੀ ਹੈਗੀ ਆ। ਪਹਿਲਾਂ ਤਾਂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹੈ ਕਿ ਕਾਂਗਰਸ ਨੇ ਅੱਜ ਜਿਹੜੀਆਂ ਇਹ ਬੜੀਆਂ ਕਹਿ ਰਹੇ ਆ, ਗਿਲਜੀਆ ਸਾਹਿਬ ਗੱਲ ਕਰ ਰਹੇ ਆ ਕਿ ਜੀ ਖਟੜਾ ਸਾਹਿਬ ਦੀ ਸਿੱਟ ਨੇ ਆ ਕਰਿਆ, ਫਲਾਣੇ ਦੀ ਸਿੱਟ ਨੇ ਆ ਕਰਿਆ। ਉਸ ਟਾਈਮ ਇਹ ਰੌਲਾ ਇਹ ਪਾ ਰਹੇ ਸੀ ਕਿ ਇਹ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਹੈਗੀ ਆ, ਪੰਜਾਬ ਸਰਕਾਰ ਦੀ ਹੈਗੀ ਆ, ਇਸ ਕਰਕੇ ਸਾਨੂੰ ਇਹਦੇ ਤੇ ਇਤਬਾਰ ਨਹੀਂ ਹੈਗਾ। ਇਹ ਜਿਹੜੀ ਹੈਗੀ ਆ, ਇਹ ਜਿਹੜੀ ਇਨਕੁਆਇਰੀ ਹੈਗੀ ਆ, ਇਹ CBI ਨੂੰ ਜਾਣੀ ਚਾਹੀਦੀ ਆ। ਉਸ ਟਾਈਮ ਜਦੋਂ ਇਹਨਾਂ ਦੇ ਸਾਰੇ ਪੰਜਾਬ ਦੀ ਮੰਗ ਦੇ ਉੱਤੇ ਅਸੀਂ CBI ਨੂੰ ਉਹ ਦਿੱਤੀ। ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਕੇਵਲ ਔਰ ਕੇਵਲ ਇੱਕ ਮਨਸ਼ਾ ਹੈਗੀ ਆ ਕਿ ਜਿਨ੍ਹਾਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈਗੀ ਆ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਹੋਵੇ, A ਹੋਵੇ, B ਹੋਵੇ, C ਹੋਵੇ। ਸਾਨੂੰ ਇਸ ਗੱਲ ਦਾ ਪਰ ਇਹੀ ਗੱਲ ਤੇ ਉਹ ਕਹੀ ਜਾ ਰਹੀ ਹੈ ਨਾ ਧਾਰਨੀ ਸਾਹਿਬ, ਇਹੀ ਗੱਲ ਤੇ ਉਹ ਕਹਿ ਰਹੇ ਨੇ, ਦਲਜੀਤ ਇਹੀ ਗੱਲ ਤੇ ਉਹ ਕਹਿ ਰਹੇ ਨੇ ਕਿ ਜਿਸ ਸਮੇਂ ਡੇਰੇ ਦੇ ਨਾਮ, ਡੇਰੇ ਦੇ ਖਿਲਾਫ ਸੈਂਟੀਮੈਂਟ ਸੀਗਾ ਪੰਜਾਬ ਦੇ ਵਿੱਚ, ਜਦੋਂ ਪੋਸਟਰ ਲੱਗਦੇ ਨੇ ਬਰਗਾੜੀ ਦੇ ਵਿੱਚ, ਉਦੋਂ ਡੇਰੇ ਵੱਲੋਂ ਕੋਟ ਕੀਤਾ ਜਾਂਦਾ, ਡੇਰੇ ਦੇ ਸਮਰਥਕਾਂ ਵੱਲੋਂ ਕੋਟ ਕੀਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਚੁੱਕਿਆ ਗਿਆ ਹੈਗਾ ਕੁਝ ਲੋਕਾਂ ਕੋਲ ਔਰ ਬੇਅਦਬੀ 10 ਦਿਨਾਂ ਦੇ ਅੰਦਰ ਕੀਤੀ ਜਾ ਸਕਦੀ ਹੈਗੀ ਹੈ। ਉਸ ਦੌਰ ਦੇ ਵਿੱਚ ਜਦੋਂ ਵੋਟ ਲੈਣ ਜਾਂਦੇ ਨੇ, ਤੇ ਹੁਣ ਜਦੋਂ ਡੇਰਾ ਖੁਦ ਆ ਕੇ ਡੇਰੇ ਦੇ ਲੋਕ ਕਲੇਮ ਕਰ ਰਹੇ ਨੇ ਕਿ ਅਸੀਂ ਵੋਟਾਂ ਦਿੱਤੀਆਂ ਹੈਗੀਆਂ, ਤੇ ਫਿਰ ਇਹ ਸਵਾਲ ਕਿਉਂ ਨਾ ਆਏ ਕਿ ਤੁਸੀਂ ਆਸਥਾ ਦੇ ਉੱਤੇ ਕੰਪਰੋਮਾਈਜ਼ ਕੀਤਾ? ਤੁਸੀਂ ਮੈਨੂੰ ਇੱਕ ਗੱਲ ਦੱਸੋ ਕਮਲ ਜੀ, ਤੁਸੀਂ ਕਿੰਨਾ ਇਸ ਗੱਲ ਤੇ ਵਿਸ਼ਵਾਸ ਕਰੋਗੇ ਕਿ 2017 ਤੋਂ ਲੈ ਕੇ ਚੱਕਿਆ, ਬਿੱਟੂ ਦੀ ਮੌਤ ਵੀ ਹੋ ਚੁੱਕੀ ਹੈ, ਆਪਣੀ ਸਟੇਟਮੈਂਟ ਜਿਹੜੀ ਹੈਗੀ ਆ ਰਿਕਾਰਡ ਕਰਵਾਉਂਦਾ ਹੈਗਾ। ਮੈਂ ਤੁਹਾਨੂੰ ਪ੍ਰੋਸੀਜਰ ਦੱਸਦਾ ਕਿ ਜਦੋਂ ਕੋਰਟ ਦੇ ਵਿੱਚ ਸਟੇਟਮੈਂਟ ਰਿਕਾਰਡ ਹੁੰਦੀ ਹੈ, ਜਿਹੜੇ ਅੱਜ ਇਹਨਾਂ ਨੇ ਐਲੀਗੇਸ਼ਨ ਲਾਏ ਆ ਕਿ ਜ਼ਬਰਦਸਤੀ ਸਾਥੋਂ ਜਿਹੜੇ ਹੈਗੇ ਬਿਆਨ ਦਵਾਏ ਜਾ ਰਹੇ ਆ, ਜ਼ਬਰਦਸਤੀ ਸਾਥੋਂ ਪਾਏ ਜਾ ਰਹੇ ਆ। ਮਿਸਟਰ ਬਿੱਟੂ ਜਿਹੜੇ ਹੈਗੇ ਆ ਜਦੋਂ ਅਦਾਲਤ ਦੇ ਵਿੱਚ ਜਾਂਦੇ ਹੈਗੇ ਆ ਤਾਂ ਜਿਹੜਾ ਜੁਡੀਸ਼ੀਅਲ ਧਾਰਨੀ ਸਾਹਿਬ ਤੁਸੀਂ ਮੇਰੇ ਸਵਾਲ ਨੂੰ ਟਵਿਸਟ ਕਰ ਰਹੇ ਹੋ। ਸਵਾਲ ਮੈਂ ਤੁਹਾਨੂੰ ਕੁਝ ਹੋਰ ਕੀਤਾ ਸੀਗਾ। ਗਰੇਵਾਲ ਸਾਹਿਬ ਮੈਨੂੰ ਗੱਲ ਨੂੰ ਆਉਣ ਦਿਓ ਇੱਕ ਮਿੰਟ। ਹਾਂਜੀ ਇੱਕ ਮਿੰਟ ਮੈਂ ਗਰੇਵਾਲ ਸਾਹਿਬ ਦਾ ਪਹਿਲੇ ਰਿਐਕਸ਼ਨ ਲੈ ਲਾਂ ਧਾਰਨੀ ਸਾਹਿਬ, ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ। ਗਰੇਵਾਲ ਸਾਹਿਬ ਮੇਰਾ ਕਨਕਲੂਡਿੰਗ ਤਾਂ ਦੇਖ ਲਓ। ਮੈਂ ਤੁਹਾਡੇ ਕੋਲ ਦੁਬਾਰਾ ਮੈਂ ਤੁਹਾਨੂੰ ਨਹੀਂ ਇਹ ਸਟੇਟਮੈਂਟ 2017 ਤੋਂ ਲੈ ਕੇ 2020 ਦੇ ਵਿੱਚ ਕਿਉਂ ਨਹੀਂ ਆਈ, ਹੁਣ ਜਾ ਕੇ ਜਿਹੜਾ ਹੈਗਾ ਜੁਲਾਈ 20 ਦੇ ਵਿੱਚ ਕਿਉਂ ਆਈ ਆ? ਠੀਕ ਹੈ ਗਰੇਵਾਲ ਸਾਹਿਬ, ਬੇਅਦਬੀਆਂ ਤੇ ਹੋ ਚੁੱਕੀਆਂ ਸੀਗੀਆਂ, ਡੇਰੇ ਦਾ ਐਂਗਲ ਉਸ ਸਮੇਂ ਵੀ ਚੱਲਦਾ ਆ ਰਿਹਾ ਸੀਗਾ ਜਿਸ ਸਮੇਂ ਤੁਸੀਂ ਵੋਟਾਂ ਲੈਣ ਗਏ। ਹਾਂਜੀ ਇਸ ਤਰ੍ਹਾਂ ਪਮੇਲ ਜੀ, ਮੇਰੇ ਕੋਲ ਬਹੁਤ ਸਾਰੇ ਸਬੂਤ ਨੇ, ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਫੋਟੋਗ੍ਰਾਫ ਵੀ ਲੈ ਆਉਂਦਾ। ਕਾਂਗਰਸ ਕਿੰਨੇ ਵਾਰ ਡੇਰਾ ਸਿਰਸਾ ਗਈ ਤੇ ਕਿੰਨੇ ਵਾਰ ਵੋਟਾਂ ਲੈਣ ਦੇ ਲਈ ਰਿਕੁਐਸਟ ਕੀਤੀ। ਇਹ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਪਾਰਟੀਆਂ ਨਹੀਂ ਜਾਂਦੀਆਂ, ਪਰ ਕਾਂਗਰਸ ਨੇ ਇਹ
ਪਿਰਤ ਸ਼ੁਰੂ ਇਸੇ ਨੇ ਕੀਤੀ, ਸਮਾਜ ਨੂੰ ਜਾਤੀ ਉਪਜਾਤੀ ਚ ਵੰਡ ਕੇ ਵੋਟ ਲੈਣੇ ਔਰ ਡੇਰਿਆਂ ਤੋਂ ਵੋਟ ਲੈਣੇ। ਜਦੋਂ 800 ਡੇਰੇ ਹੁੰਦੇ ਸੀ ਪੰਜਾਬ ਚ, ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦੇ ਪੰਜਾਬ ਦੇ ਡੇਰਿਆਂ ਨੂੰ ਮੈਨੇਜਮੈਂਟ ਕਰਦੇ ਆ। ਅੱਜ 8000 ਡੇਰੇ ਆ ਪੰਜਾਬ ਦੇ ਅੰਦਰ, 270 ਜਾਤੀ ਉਪਜਾਤੀ ਦੇ ਸੰਗਠਨ ਆ। ਇਹ ਤਾਂ ਇਹ ਐਕਸਪਲੋਇਟੇਸ਼ਨ ਕਾਂਗਰਸ ਹਮੇਸ਼ਾ ਵੋਟ ਬੈਂਕ ਦੀ ਰਾਜਨੀਤੀ ਕਰਦੀ ਰਹੀ ਆ। ਸਮਾਜ ਦੀ ਭਲੇ ਦੀ ਡਿਵੈਲਪਮੈਂਟ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ। ਔਰ ਇਹ ਜਿਹੜਾ ਅੱਜ ਕਾਂਗਰਸ ਦੇ ਕੋਲ ਸਰਕਾਰ ਹੈਗੀ ਆ, ਉਹਦੇ ਕੋਲ ਇਨਵੈਸਟੀਗੇਟਿੰਗ ਏਜੰਸੀਆਂ ਨੇ ਇਹ ਰੌਲਾ ਪਾਉਂਦੇ ਨੇ ਅਕਾਲੀ ਭਾਜਪਾ ਦੇ ਖਿਲਾਫ ਕਿ ਇਹ ਬੇਅਦਬੀਆਂ ਚ ਇਹਨਾਂ ਦਾ ਵੀ ਹੱਥ ਆ। ਮੈਂ ਅੱਜ ਕਹਿੰਦਾ ਕਿ ਸਾਡਾ ਇੱਕ ਵੀ ਬੰਦਾ ਕਿਉਂ ਨਹੀਂ ਫੜਿਆ, ਕਿਉਂ ਨਹੀਂ ਬਣਿਆ? ਜੇ ਸੀਗਾ ਤਾਂ ਇਹ ਲੋਕਾਂ ਨੂੰ ਭਰਮ ਭੁਲੇਖੇ ਚ ਪਾ ਕੇ ਸਾਡੇ ਖਿਲਾਫ ਇੱਕ ਵੇਵ ਬਣਾਈ ਇਹਨਾਂ ਨੇ। ਔਰ ਇਸੇ ਤਰ੍ਹਾਂ ਇਹਨਾਂ ਨੇ ਲੈਂਡ ਮਾਫੀਆ, ਸੈਂਡ ਮਾਫੀਆ, ਪਤਾ ਨਹੀਂ ਕੀ ਕੀ ਕਰਦੇ ਰਹੇ, ਡਰੱਗ ਮਾਫੀਆ। ਅੱਜ ਇੱਕ ਵੀ ਬੰਦਾ ਸਾਡਾ ਇਹ ਫੜ ਨਹੀਂ ਸਕੇ। ਮੈਂ ਇਹਨਾਂ ਨੂੰ ਚੈਲੰਜ ਕਰਦਾ, ਇਹ ਪੰਜਾਬ ਦੇ ਲੋਕਾਂ ਕੋਲ ਫੇਰ ਜਾਣਾ ਦੁਬਾਰਾ, ਤੇ ਜੇ ਇਹਨਾਂ ਕੋਲ ਕੋਈ ਸਾਡੇ ਖਿਲਾਫ ਸਬੂਤ ਹੈਗਾ ਤਾਂ ਲੈ ਕੇ ਆਉਣ, ਨਹੀਂ ਤਾਂ ਸਾਨੂੰ ਝੂਠਾ ਬਦਨਾਮ ਕਰਨ ਦੇ ਲਈ। ਲੋਕਤੰਤਰ ਦੇ ਇਹ ਗੁਨਾਹਗਾਰ ਨੇ, ਲੋਕਤੰਤਰ ਦੇ ਪੰਜਾਬ ਦੇ ਲੋਕਾਂ ਦੇ ਗੁਨਾਹਗਾਰ ਨੇ। ਕੈਪਟਨ ਅਮਰਿੰਦਰ ਸਿੰਘ ਗੁਨਾਹਗਾਰ ਆ। ਠੀਕ ਹੈ ਦਲਜੀਤ, ਡੇਰੇ ਦੇ ਲੋਕ ਕਹਿੰਦੇ ਆ, ਡੇਰੇ ਦੇ ਸਮਰਥਕ ਕਹਿੰਦੇ ਆ ਕਿ ਅਸੀਂ ਵੋਟਾਂ ਨਹੀਂ ਪਾਈਆਂ, ਇਸ ਲਈ ਕਾਂਗਰਸ ਸਾਨੂੰ ਤੰਗ ਕਰ ਰਹੀ ਹੈ, ਇਸ ਲਈ ਸਾਡੇ ਲੋਕਾਂ ਨੂੰ ਫਰੇਮ ਕੀਤਾ ਜਾ ਰਿਹਾ ਹੈ। ਔਰ ਅਕਾਲੀ ਬੀਜੇਪੀ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਹੈਗੇ ਆ, ਉਹ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਤੁਸੀਂ ਫੜ ਲਓ। 3 ਸਾਲ ਤੇ ਇਸ ਚੀਜ਼ ਨੂੰ ਵੀ ਬੀਤ ਗਏ। ਮੈਂ ਕਹਿਣਾ ਇਸ ਗੱਲ ਦਾ ਗਰੇਵਾਲ ਸਾਹਿਬ ਦੀ ਗੱਲ ਦਾ ਜਵਾਬ ਦੇ ਲਾਂ। ਇਹ ਡੇਰਾਵਾਦ ਦੀ ਗੱਲ ਕਰਕੇ ਗਏ ਕਿ ਕਾਂਗਰਸ ਨੇ ਡੇਰਾ ਕੀ ਇਹਨਾਂ ਨੇ ਹਰਿਆਣੇ 'ਚ ਇਹ ਸਿਰਸਾ ਵਾਲੇ ਕੋਲ ਡੇਰੇ ਕੋਲ 2 ਵਾਰ ਨਹੀਂ ਗਏ ਸਿਆਸੀ ਲਾਹਾ ਲੈਣ ਲਈ? ਇਹ ਹਰਿਆਣੇ ਦੇ ਇਲੈਕਸ਼ਨ 'ਚ, ਵਿਧਾਨ ਸਭਾ ਇਲੈਕਸ਼ਨ 'ਚ ਵੀ, ਪਾਰਲੀਮੈਂਟ ਇਲੈਕਸ਼ਨ 'ਚ ਵੀ ਸ਼ਰੇਆਮ ਇਹਨਾਂ ਦਾ ਸੀਐਮ ਸਾਹਿਬ ਉੱਥੇ ਗਏ ਨੇ। ਇਹ ਕਿੱਦਾਂ ਡਿਨਾਈ ਕਰ ਸਕਦੇ ਕਾਂਗਰਸ ਐਲੀਗੇਸ਼ਨ ਲਾ ਰਹੇ ਨੇ? ਕਾਂਗਰਸ ਦੀ ਕੋਈ ਦਿਖਾ ਦਿਓ ਐਲੀਗੇਸ਼ਨ ਕਿ 2007 ਤੋਂ ਬਾਅਦ 17 ਤੱਕ ਕੋਈ ਐਲੀਗੇਸ਼ਨ ਕਾਂਗਰਸੀ ਲੀਡਰ ਉੱਥੇ ਵੋਟ ਲੈਣ ਗਿਆ। ਦੂਜੀ ਗੱਲ, ਇਹ ਕਹਿੰਦੇ ਕਿ ਅਸੀਂ ਸਾਡੇ ਤੇ ਐਲੀਗੇਸ਼ਨ ਲਾ ਰਹੇ ਨੇ ਗਲਤ। ਮੈਂ ਤੁਹਾਨੂੰ ਕੁਝ ਤੱਥ ਦੇ ਦੇਣਾ, 2 ਤੱਥ ਹੀ ਦੇਣਾ। ਜੀ ਜੂਨ 'ਚ ਸਰੂਪ ਸਾਹਿਬ, ਗੁਰੂ ਸਾਹਿਬ ਦੇ ਸਰੂਪ ਸਾਹਿਬ ਚੋਰੀ ਹੁੰਦੇ ਨੇ ਜੀ। ਸਤੰਬਰ 'ਚ ਪੋਸਟਰ ਲੱਗਦੇ ਨੇ ਤੇ ਅਕਤੂਬਰ 'ਚ ਉਹਨਾਂ ਦੀ ਬੇਅਦਬੀ ਹੁੰਦੀ ਹੈ ਜੀ। ਬਾਦਲ ਸਾਹਿਬ ਨੂੰ ਕਿਹਾ ਜਾਂਦਾ ਹੈ ਕਿ ਸੜਕ ਤੇ ਚਲਦੀ ਕੀੜੀ ਵੀ ਪਛਾਣ ਲੈਂਦੇ ਨੇ ਕਿ ਇਹਨਾਂ ਕੋਲ 4 ਮਹੀਨਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਚੋਰੀ ਕੀਤੇ ਸੀ ਸਰੂਪ, ਉਹ ਕਿਉਂ ਨਹੀਂ ਲੱਭੇਗੇ? ਕੀ ਇਹਨਾਂ ਕੋਲ ਸਰਕਾਰ ਨਾਮ ਦੀ ਚੀਜ਼ ਨਹੀਂ ਸੀ? ਇਹਨਾਂ ਦੀ ਇਹ ਸਰਕਾਰ ਤੇ ਇਹਨਾਂ ਦਾ ਕੰਟਰੋਲ ਨਹੀਂ ਸੀ? ਦੂਜੀ ਗੱਲ, ਜਦੋਂ ਸਰੂਪ ਚੋਰੀ ਹੁੰਦਾ 10 ਜੂਨ ਨੂੰ ਇੱਕ SIT ਬਣਦੀ ਹੈ। ਚਰਨਜੀਤ ਸ਼ਰਮਾ ਜਿਹੜੇ ਤਤਕਾਲੀਨ ਉੱਥੇ ਦੇ SSP ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੀ ਸਰਪ੍ਰਸਤ ਪ੍ਰਧਾਨਗੀ ਹੇਠ ਇੱਕ SIT ਬਣਦੀ। ਔਰ ਹੈਰਾਨ ਹੋ ਗਏ, ਉਹ SIT ਦੀ ਇੱਕ ਵਾਰ ਵੀ ਸਿਟਿੰਗ ਨਹੀਂ ਹੁੰਦੀ, ਇੱਕ ਵਾਰ ਵੀ SIT ਨਹੀਂ ਮਿਲਦੀ, ਉਹ ਮੀਟਿੰਗ ਨਹੀਂ ਕਰਦੀ, ਉਹ ਇਨਵੈਸਟੀਗੇਟ ਕੀ ਕਰੂਗੀ? ਇਹ ਗੱਲ ਦਾ ਜਵਾਬ ਇਹਨਾਂ ਦੇ ਸਮੇਂ ਤੇ ਬਣੀ SIT। ਦੂਜੇ ਉਹੀ ਚਰਨਜੀਤ ਸ਼ਰਮਾ SIT ਵਾਲੇ ਜਿਹੜੇ ਪ੍ਰਧਾਨਗੀ, ਉਹ ਰਣਜੀਤ ਸਿੰਘ ਕਮਿਸ਼ਨ ਕੋਲ ਰਿਟਨ 'ਚ ਆਪਣਾ ਜਿਹੜਾ ਬਿਆਨ ਹੈ ਨੋਟ ਕਰਾਉਂਦੇ ਨੇ ਕਿ ਸਾਨੂੰ ਇੰਡੀਕੇਸ਼ਨ ਦਿੱਤੀ ਗਈ ਸੀ ਕਿ ਡੇਰਾ ਪ੍ਰੇਮੀਆਂ ਵੱਲ ਨਹੀਂ ਜਾਣਾ ਤੁਸੀਂ। ਇਹ ਗੱਲ ਦਾ ਜਵਾਬ ਦੇਣਗੇ ਦੋਨੋਂ ਪਾਰਟੀਆਂ ਵਾਲੇ? ਕਿਹਨੇ ਇੰਡੀਕੇਸ਼ਨ ਦਿੱਤੀ ਸੀ ਉਹਨਾਂ ਨੂੰ ਕਿ ਤੁਸੀਂ ਡੇਰਾ ਪ੍ਰੇਮੀਆਂ ਵੱਲ ਨਹੀਂ ਜਾਣਾ? ਜਦ ਪੋਸਟਰ ਲੱਗੇ, ਪੋਸਟਰ 'ਚ ਲਿਖਿਆ ਗਿਆ ਸ਼ਰੇਆਮ ਕਿ ਜੇ ਤੁਸੀਂ ਸਾਡੀ ਫਿਲਮ ਜਾਰੀ ਨਹੀਂ ਕਰਨ ਦਿਓਗੇ ਅਸੀਂ ਤੁਹਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਾਂਗੇ। 10 ਲੱਖ ਦਾ ਇਨਾਮ ਰੱਖਿਆ ਗਿਆ, ਕਿਉਂ ਨਹੀਂ ਐਕਸ਼ਨ ਲਿਆ ਗਿਆ ਇਹਨਾਂ ਦੇ ਟਾਈਮਲੀ ਇਹਨਾਂ ਤੇ ਵਾਰਾ? ਠੀਕ ਹੈ ਧਾਰਨੀ ਸਾਹਿਬ, ਗਵਰਨਮੈਂਟ ਨੂੰ, ਧਾਰਨੀ ਸਾਹਿਬ ਸਵਾਲ ਇਹ ਹੈਗਾ ਕਿ ਜਿਨ੍ਹਾਂ ਲੋਕਾਂ ਨੇ ਚੋਰੀ ਕਰਕੇ, ਸਰੂਪ ਚੋਰੀ ਕਰਕੇ ਗਵਰਨਮੈਂਟ ਨੂੰ ਸਿੱਧਾ ਚੈਲੰਜ ਕਰ ਦਿੱਤਾ ਔਰ ਸਟੇਟ ਦੇ ਅੰਦਰ ਬੈਠ ਕੇ ਚੈਲੰਜ ਕਰ ਦਿੱਤਾ, ਪਰ ਉਹ ਉਸ ਇੱਕ ਫਿਕਸਡ ਟਾਈਮ ਫਰੇਮ ਦਾ ਚੈਲੰਜ ਸੀਗਾ ਔਰ ਫਿਕਸਡ ਟਾਈਮ ਫਰੇਮ ਦੇ ਵਿੱਚ ਸਟੇਟ ਫੜ ਨਹੀਂ ਸਕੀ। CM ਤੁਹਾਡੇ, ਹੋਮ ਮਿਨਿਸਟਰ ਤੁਹਾਡੇ। ਬਿਲਕੁਲ ਕਮਲ ਜੀ, ਸਾਡੇ ਕੋਲ ਸੀ 1.5 ਸਾਲ ਉਸ ਟਾਈਮ ਤੇ, ਔਰ ਜਿਹੜੀਆਂ ਬਾਕੀ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਨੇ ਕਦੇ ਸਿੱਟ ਬਣਾਉਣ ਲਈ, ਕਦੇ CBI ਨੂੰ ਜਾਂਚ ਦੇਣ ਲਈ, ਕਦੇ ਸਿੱਟ ਬਣਾਉਣ ਲਈ, ਕਦੇ CBI ਨੂੰ ਜਾਂਚ ਕਰਨ ਲਈ ਇੰਨੇ ਪ੍ਰੈਸ਼ਰ ਬਣਾਏ ਕੇ ਰੱਖੇ। ਔਰ ਸਰਕਾਰ ਜਿਹੜੀ ਉਸ ਟਾਈਮ ਤੇ ਸੀ, ਜਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜੋ ਲੋਕ ਚਾਹੁੰਦੇ ਸੀ ਉਹ ਕਰਦੇ ਰਹੇ। ਮੈਂ ਇੱਕੋ ਗੱਲ ਕਹਿਣਾ ਕਿ ਜਿਸ ਦਿਨ ਪੰਜਾਬ ਵਿਧਾਨ ਸਭਾ 2017 ਦੇ ਵਿੱਚ ਬਣੀ ਆ, ਉਸ ਤੋਂ ਬਾਅਦ ਜਿਹੜੀ ਵੀ ਮੀਟਿੰਗ ਹੋਈ ਆ ਉਹਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਜਿਹੜਾ ਬਰਗਾੜੀ ਮੁੱਦਾ ਚੱਲਦਾ ਰਿਹਾ। ਉਸ ਮੁੱਦੇ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਇਹ ਹੁੰਦਾ ਸੀ ਕਿ ਸਰਦਾਰ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਮੈਂ ਗਿਲਜੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਕੋਲ ਹੋ ਗਏ 3.5 ਸਾਲ, ਇਹਨਾਂ ਨੇ 3.5 ਸਾਲ ਦੇ ਵਿੱਚ 7 ਤਾਂ ਹੋਈ ਨਹੀਂ। ਮੰਨ ਲਿਆ ਇਹ ਗੱਲ ਵੀ 7 ਨਹੀਂ ਹੋਈ ਹੈਗੀ ਇਹਦੀ,
ਅਸੀਂ ਕਿਸੇ ਕਨਕਲੂਜਨ ਤੇ ਨਹੀਂ ਪਹੁੰਚ ਸਕੇ। ਅਸੀਂ 1.5 ਸਾਲ ਚ ਕਨਕਲੂਜਨ ਤੇ ਨਹੀਂ ਪਹੁੰਚ ਸਕੇ, ਇਹ 3.5 ਸਾਲ ਦੇ ਵਿੱਚ ਕਨਕਲੂਜਨ ਤੇ ਨਹੀਂ ਪਹੁੰਚ ਚੁੱਕੇ। ਮੈਂ ਗਿਲਜੀਆਂ ਸਾਹਿਬ ਨੂੰ ਇਹ ਕਹਿਣਾ ਹੈ, ਮੈਂ ਇਹਨਾਂ ਤੋਂ ਸਵਾਲ ਕਰਦਾ ਤੇਰੇ ਪਤਾ ਨਹੀਂ ਕਿੱਥੇ ਕੌਣ ਵੱਡੇ ਦਮਗਜ ਮੈਂ ਪੁੱਛਦਾ ਵੀ ਬਾਦਲ ਸਾਹਿਬ ਨੂੰ ਔਰ ਸੁਖਬੀਰ ਸਿੰਘ ਬਾਦਲ ਵੱਲ ਨੂੰ ਤੁਹਾਡੀ ਜਿਹੜੀ ਸਰਦਾਰ ਕੰਵਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਆ ਕਿ ਜਿਹੜੀ ਲੀ ਹੈਗੀ ਆ ਉਹਨਾਂ ਵੱਲ ਨੂੰ ਜਾ ਰਹੀ ਹੈ, ਕਦੋਂ ਸਾਨੂੰ ਜਿਹੜਾ ਹੈਗਾ ਫੜ ਕੇ ਅਰੈਸਟ ਕਰੋਗੇ, ਕਦੋਂ ਲੋਕਾਂ ਦੇ ਸਾਹਮਣੇ ਲਿਆਓਗੇ? ਠੀਕ ਹੈ ਧਾਰਨੀ ਸਾਹਿਬ ਮੈਂ ਠੀਕ ਹੈ, ਉਹ ਤੁਹਾਨੂੰ ਜਵਾਬ ਦੇ ਰਹੇ, ਦਲਜੀਤ ਜਵਾਬ ਦੇ ਰਹੇ ਨੇ। ਧਾਰਨੀ ਜੀ ਮੈਂ ਇੱਕ ਗੱਲ ਦਾ ਜਵਾਬ ਦੇਣਾ ਦਿਓ ਮੈਨੂੰ, ਹੁਣ ਮੇਰੀ ਗੱਲ ਸੁਣ ਲਿਓ। ਹੁਣ ਮੈਂ ਗਿਲਜੀਆਂ ਸਾਹਿਬ ਵਿੱਚ ਨਹੀਂ ਮੈਂ ਜਵਾਬ ਦੇ ਰਿਹਾ ਜੀ, ਤੁਹਾਡੀ ਗੱਲ ਤੁਹਾਡੀ ਕੰਕਲੂਡ ਹੋਣ ਤੋਂ ਬਾਅਦ ਜਵਾਬ ਦੇ ਰਿਹਾ ਤੁਹਾਡੀ ਗੱਲ ਦਾ। ਮੇਰਾ ਸਿੱਧਾ ਸਵਾਲ ਹੈ ਵੀ ਬਾਦਲ ਸਾਹਿਬ ਨੂੰ ਔਰ ਸੁਖਬੀਰ ਬਾਦਲ ਵੱਲ ਨੂੰ ਜਿਹੜਾ ਤੁਹਾਡਾ ਰਸਤਾ ਜਾ ਰਿਹਾ ਸੀ ਉਹ ਕਦੋਂ ਪੂਰਾ ਹੋਊਗਾ, ਇਹ ਲੋਕਾਂ ਨੂੰ ਦੱਸੋ। ਹੁਣ ਮੇਰਾ ਜਵਾਬ ਲੈ ਲਓ, ਜਵਾਬ ਲੈ ਲਓ ਮੇਰਾ। ਹਾਂਜੀ ਤੁਸੀਂ ਕਿਹਾ ਕਿ ਸਾਡੇ ਕੋਲ 3 ਸਾਲ ਚ ਅਸੀਂ ਕੀ ਕੀਤਾ, ਮੈਂ ਤੁਹਾਡੀ 1.5 ਸਾਲ ਦਾ ਪਹਿਲਾਂ ਹਿਸਾਬ ਦੇ ਦਿੰਦਾ। ਤੁਸੀਂ ਤੇ ਦਾ ਡੇਰੇ ਵਾਲਾ ਐਂਗਲ ਹੀ ਇਨਵੈਸਟੀਗੇਟ ਹੀ ਨਹੀਂ ਕੀਤਾ। ਅਸੀਂ ਉਹ ਇਨਵੈਸਟੀਗੇਟ ਜਿਹੜਾ 1.5 ਸਾਲ ਚ ਤੁਸੀਂ ਲੀਹੋਂ ਲਾ ਕੇ ਚਲੇ ਗਏ, ਸਾਰਾ ਕੁਝ ਉਹ ਲੀਹੋਂ ਲਾ ਕੇ ਉਹ ਦੁਆਰਾ ਲੀਹ ਤੇ ਇਨਵੈਸਟੀਗੇਸ਼ਨ ਚੜਾ ਕੇ ਡੇਰੇ ਤੱਕ ਪਹੁੰਚੇ ਆ। ਹੁਣ ਉਹ ਡੇਰੇ ਤੋਂ ਬਾਅਦ ਤੁਹਾਡੇ ਤੱਕ ਵੀ ਪਹੁੰਚਾਂਗੇ ਕਿ ਸਿੱਖਾਂ ਦੇ ਗੋਲੀਆਂ ਕਿੰਨੇ ਚਲਾਉਣ ਦਾ ਹੁਕਮ ਦਿੱਤਾ, ਉਹ ਵੀ ਸੱਚ ਆ ਜਾਏਗਾ। ਥੋੜਾ ਦਿਨ ਵੇਟ ਕਰ ਲਓ। ਜੇ ਅਸੀਂ ਜਲਦਬਾਜ਼ੀ ਕਰਾਂਗੇ ਫਿਰ ਤੁਸੀਂ ਕਹਿਣਾ ਕਿ ਬਿਨਾਂ ਸਬੂਤਾਂ ਤੋਂ ਪੋਲੀਟੀਕਲ ਵੈਂਡੇਟਾ ਕੀਤਾ ਗਿਆ। ਅੱਜ ਤੁਸੀਂ ਵੇਟ ਕਿਉਂ ਨਹੀਂ ਕਰ ਰਹੇ? SIT ਦੀ ਰਿਪੋਰਟ ਆ ਲੰਦੋ, ਤੁਹਾਡੇ ਮਨ ਦੇ ਜਿਹੜੇ ਆ ਸ਼ੰਕੇ ਨੇ ਵੀ ਪੂਰੇ ਦੂਰ ਹੋ ਜਾਣਗੇ। ਠੀਕ ਹੈ, ਇੱਕ ਮਿੰਟ ਜੀ ਪਮਲ ਜੀ, ਠੀਕ ਹੈ। ਨਹੀਂ ਮੈਂ ਗਰੇਵਾਲ ਸਾਹਿਬ ਕੁਝ ਕਹਿ ਰਹੇ ਨੇ। ਧਾਰਨੀ ਸਾਹਿਬ ਇੱਕ ਮਿੰਟ, ਗਰੇਵਾਲ ਸਾਹਿਬ। ਕਮਲ ਜੀ ਇਹ ਕਾਂਗਰਸ ਅਸਲੀ ਠੀਕ ਹੈ ਧਾਰਨੀ ਸਾਹਿਬ, ਗਰੇਵਾਲ ਸਾਹਿਬ ਦਾ ਫੋਨ ਡਿਸਕਨੈਕਟ ਹੋ ਗਿਆ, ਦੱਸੋ। ਮੈਂ ਭਮਲ ਜੀ ਗਿਲਜੀਆਂ ਸਾਹਿਬ ਨੂੰ ਇਹ ਪੁੱਛਦਾ ਹੈਗਾ ਬਈ ਇਹ ਜਿਹੜੀ ਕਾਂਗਰਸ ਹੈਗੀ ਹੈ ਉਹ ਯਾਰ ਕੀ ਕਰੀ ਜਾਣਾ। ਆਪਣੇ ਰਣਵੀਰ ਸਿੰਘ ਖੱਟੜਾ ਦੀ ਸਿੱਟ ਕਿਹਨੇ ਬਣਾਈ ਸੀ? ਰਣਵੀਰ ਸਿੰਘ ਖੱਟੜਾ ਨੇ ਜਦੋਂ ਬੰਬ ਕਾਂਡ ਵਾਲੀ ਜਿਹੜੀ ਹੈਗੀ ਆ ਜਾਂਚ ਕਰਨੀ ਸ਼ੁਰੂ ਕੀਤੀ ਸੀ, ਜਦੋਂ ਉਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਬਿੱਟੂ ਵਗੈਰਾ ਦੇ ਨਾਂ ਆਏ ਸੀ, ਉਹ ਸਿੱਟ ਕਿਹਦੀ ਸੀ? ਉਹ ਬਿੱਟੂ ਕਿਹਦਾ ਬੰਦਾ ਸੀ? ਇਹ ਬਾਰ-ਬਾਰ ਇੱਕ ਗੱਲ ਕਹਿ ਰਹੇ ਆ ਕਿ ਡੇਰੇਵਾਲ ਨੂੰ ਗਈ ਨਹੀਂ ਹੈਗੀ, ਡੇਰੇਵਾਲ ਨੂੰ ਗਈ। ਧਾਰਨੀ ਸਾਹਿਬ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਨਾ। ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ, ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕੀਤੀ ਜਾਂਦੀ, ਉਹ ਆਪਣੇ ਆਪ ਵਿੱਚ ਇੱਕ ਬੇਅਦਬੀ ਹੈਗੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਪੋਸਟਰ ਲੱਗ ਜਾਂਦੇ ਔਰ ਜਦੋਂ ਅਕਾਲੀ ਦਲ ਬੇਅਦਬੀਆਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਗੁੱਸਾ ਹੈਗਾ, ਲੋਕਾਂ ਦੇ ਵਿੱਚ ਧਰਨੇ ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹੈਗੇ ਆ ਕਿ ਸਰਕਾਰ ਬੇਅਦਬੀ ਕਰਨ ਵਾਲਿਆਂ ਨੂੰ, ਗ੍ਰੰਥ ਸਾਹਿਬ ਚੋਰੀ ਕਰਨ ਵਾਲਿਆਂ ਨੂੰ ਫੜ ਨਹੀਂ ਪਾ ਰਹੀ। ਉਸ ਤੋਂ ਬਾਅਦ ਜੇਕਰ ਵੋਟਾਂ ਦੇ ਲਈ ਜਾਂਦੇ ਆ, ਅਦਰ ਕਿਸੇ ਹੋਰ ਮਸਲੇ ਲਈ ਜਾਣਾ ਉਹ ਵੱਖਰੀ ਗੱਲ ਹੋ ਸਕਦੀ ਹੈਗੀ ਹੈ, ਪਰ ਜਦੋਂ ਹੁਣ ਡੇਰੇ ਦੇ ਲੋਕ ਆ ਕੇ ਕਹਿੰਦੇ ਨੇ ਕਿ ਸਾਡੇ ਕੋਲ ਵੋਟਾਂ ਲੈਣ ਦੇ ਲਈ ਆਏ, ਇਹ ਕਿਆ ਇਖਲਾਕੀ ਤੌਰ ਤੇ ਐਕਸੈਪਟ ਕਰਦਾ ਹੈਗਾ ਅਕਾਲੀ ਦਲ ਨੂੰ, ਜਾਂ ਸੂਟ ਕਰਦਾ ਹੈ ਅਕਾਲੀ ਦਲ ਨੂੰ? ਦੇਖੋ ਗੱਲ ਇਹ ਹੈਗੀ ਹੈ ਜੀ, ਜਿਹੜੀ ਤੁਸੀਂ ਡੇਰੇ 'ਚ ਵੋਟਾਂ ਲੈਣ ਵਾਲੀ ਗੱਲ ਕਰਦੇ ਹੈਗੇ ਆ, ਬਿਲਕੁਲ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਉੱਥੇ ਵੋਟਾਂ ਲਈ ਨਹੀਂ ਗਿਆ। ਔਰ ਦੂਜੀ ਗੱਲ, ਰਾਜਨੀਤੀ ਇੱਕ ਅੱਡ ਗੱਲ ਹੈਗੀ ਹੈ, ਇਹ ਕਾਂਗਰਸ ਤਾਂ ਇਹ ਗੱਲਾਂ ਕਰੇ ਹੀ ਨਾ। ਜਦੋਂ ਮਹਾਰਾਣੀ ਸਾਹਿਬ ਉੱਤੇ ਬੈਠੇ ਦਿਖਾਈ ਦੇ ਰਹੇ ਆ ਐਡੀ ਨਹੀਂ, ਪਰ ਧਾਰਨੀ ਸਾਹਿਬ ਰਾਜਨੀਤੀ اخلاق ਤੋਂ ਗਿਰ ਕੇ ਤੇ ਨਹੀਂ ਨਾ ਹੋ ਸਕਦੀ। ਨਹੀਂ ਬਿਲਕੁਲ ਨਹੀਂ ਹੋ ਸਕਦੀ। ਮੈਂ ਤਾਂ ਆਪ ਕਹਿੰਦਾ ਵੀ ਰਾਜਨੀਤੀ ਕਦੇ اخلاق ਤੋਂ ਗਿਰ ਕੇ ਨਹੀਂ ਹੋ ਸਕਦੀ। ਮੈਂ ਕਹਿੰਦਾ ਕਿ ਜੇ ਕੋਈ ਫਾਲਟ ਔਰ ਜੇ ਕੋਈ ਗਲਤੀ, ਜੇ ਕੋਈ ਕਮੀ, ਇਹ ਸਾਰੀਆਂ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਜ਼ ਹੈਗੀਆਂ ਜਿਹੜੀਆਂ ਆਪਣੇ ਕੰਮ ਲਈ ਪੂਰੀਆਂ ਖਰੀਆਂ ਨਹੀਂ ਉਤਰ ਸਕੀਆਂ, ਕਿਸੇ ਤਰੀਕੇ ਉਹਨਾਂ ਨੇ ਕਿਸੇ ਗੱਲ ਨੂੰ ਸਿਰੇ ਨਹੀਂ ਲਾਇਆ। ਅਸੀਂ ਇਸ ਗੱਲ ਨੂੰ ਕਹਿੰਦੇ ਆ ਕਿ 1.5 ਸਾਲ ਦੇ ਵਿੱਚ ਅਸੀਂ ਉਹ ਇਨਸਾਫ ਜਿਹੜਾ ਸਾਨੂੰ ਕਰਨਾ ਚਾਹੀਦਾ ਸੀ, ਅਸੀਂ ਨਹੀਂ ਕਰ ਸਕੇ। ਮੈਂ ਕਾਂਗਰਸ ਦੇ ਨੁਮਾਇੰਦੇ ਨੂੰ ਇਹ ਪੁੱਛਦਾ ਕਿ 3.5 ਸਾਲ ਚ ਇਹਨਾਂ ਨੇ ਕਰਤਾ। ਠੀਕ ਹੈ, ਮੈਂ ਧਾਰਨੀ ਜੀ ਦਾ ਜਵਾਬ ਦੇਣਾ ਚਾਹੁੰਦਾ। ਇੱਕ ਗੱਲ ਤਾਂ ਅੱਜ ਤੁਹਾਡੇ ਚੈਨਲ ਤੇ ਅਕਾਲੀ ਦਲ ਮੰਨ ਗਿਆ ਕਿ ਇਹ ਇਨਸਾਫ ਨਹੀਂ ਦੇ ਸਕੇ, ਬਰਗਾੜੀ ਦਾ ਇਨਸਾਫ ਨਹੀਂ ਦੇ ਸਕੇ। ਔਰ ਮੈਂ ਇਸ ਤੁਹਾਡੇ ਚੈਨਲ ਤੇ ਵਾਅਦਾ ਕਰਨਾ ਕਿ ਕਾਂਗਰਸ ਅਜੇ 5 ਸਾਲ ਦਾ ਸਮਾਂ, ਇਹ ਇਨਸਾਫ ਦੇ ਕੇ ਜਾਊਗੀ। ਤੁਸੀਂ ਵੇਟ ਕਰੋ, ਹਰ ਗੱਲ ਦਾ ਤੁਹਾਡੀ ਦਾ ਜਵਾਬ ਦੇਵਾਂਗੇ। ਤੁਸੀਂ SIT ਦੀ ਕਠੜੇ ਵਾਲੀ ਗੱਲ ਕੀਤੀ, ਤੁਹਾਡੀ SIT ਚਰਨਜੀਤ ਸ਼ਰਮਾ ਦੀ ਸੀਟਿੰਗ ਨਹੀਂ ਹੋਈ, ਤੁਹਾਡੀ ਇੱਕ ਸੀਟਿੰਗ ਕਿਉਂ ਨਹੀਂ ਹੋਈ SIT ਦੀ? ਉਹ ਕਾਗਜ਼ ਜਿਹਦੇ ਪੋਸਟਰ ਲੱਗੇ ਤੁਸੀਂ ਕਿਉਂ ਨਹੀਂ ਲੱਭੇ? ਅੱਜ ਉਹ ਕਿੱਦਾਂ ਲੱਭ ਗਏ? ਉਹ ਕਾਗਜ਼ ਵੀ ਲੱਭ ਗਏ, ਕਿੱਥੋਂ ਕਾਗਜ਼ ਖਰੀਦਿਆ ਗਿਆ, ਕਿੱਥੋਂ ਪੈਨ ਖਰੀਦਿਆ ਗਿਆ, ਕਿੱਦਾਂ ਲਿਖਿਆ ਗਿਆ ਪੋਸਟਰ, ਉਹ ਸਾਰਾ ਅੱਜ ਲੱਭ ਗਿਆ। ਤੁਹਾਡੇ ਸਮੇਂ ਕਿਉਂ ਨਹੀਂ ਲੱਭਿਆ ਗਿਆ? ਤੁਹਾਡੇ ਸਮੇਂ SPGC ਨੇ, ਤੁਸੀਂ 1.5 ਸਾਲ ਚ ਤਾਂ ਬੇਅਦਬੀ ਵਾਲੇ ਨਹੀਂ ਲੱਭ ਸਕੇ,
ਪਰ ਤੁਸੀਂ 1.5 ਸਾਲ ਦੇ ਵਿੱਚ SPGC ਵੱਲੋਂ ਮਾਫੀ ਦਵਾ ਦਿੱਤੀ ਗਈ, ਮਾਫੀ ਦਵਾ ਦਿੱਤੀ ਗਈ ਤੁਹਾਡੇ ਵੱਲੋਂ, ਮਾਫੀ ਦਵਾ ਕੇ ਤੁਸੀਂ ਜਸਟੀਫਿਕੇਸ਼ਨ ਵੀ ਕੀਤੀ ਤੇ ਕਰੋੜ ਰੁਪਏ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਇਸ਼ਤਿਹਾਰ ਵੀ ਲਵਾਏ ਗਏ। ਕਿਉਂ ਉਦੋਂ ਨਹੀਂ ਪਤਾ ਸੀ ਤੁਹਾਨੂੰ? ਇਹ ਕੰਮ 'ਚ ਜਲਦਬਾਜ਼ੀ ਕਿਉਂ ਦਿਖਾਈ ਗਈ ਤੁਸੀਂ? ਇੰਨੀ ਜਲਦਬਾਜ਼ੀ ਤੁਸੀਂ ਇਨਵੈਸਟੀਗੇਸ਼ਨ 'ਚ ਦਿਖਾਉਂਦੇ। ਠੀਕ ਹੈ ਹਰਜੀਤ ਗਰੇਵਾਲ, ਮੈਂ ਧਾਰਨੀ ਸਾਹਿਬ ਦੁਬਾਰਾ ਨਾ, ਹਰਜੀਤ ਗਰੇਵਾਲ ਸਾਹਿਬ ਕੁਝ ਕਹਿ ਰਹੇ ਨੇ। ਗੱਲ ਇਹ ਹੈ ਪਮਿਲ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਕਾਂਗਰਸ ਆ ਉਹ ਸਿਆਸਤ ਤੋਂ ਪ੍ਰੇਰਿਤ ਜਾਂਚ ਕਰ ਰਹੀ ਆ। ਇਹਨਾਂ ਨੇ ਆਪਣੇ ਆਪ ਹੀ ਦੱਸਤਾ ਕਿ ਅਸੀਂ ਇਲੈਕਸ਼ਨ ਦੇ ਨਜ਼ਦੀਕ ਜਾ ਕੇ ਸਾਡੀ ਸਰਕਾਰ ਤੇ ਸਾਡੇ ਲੀਡਰਾਂ ਤੇ ਕੋਈ ਆਰੋਪ ਲਗਾਉਣਗੇ, ਜਿਹਦੇ ਨਾਲ ਇਹ ਕੋਸ਼ਿਸ਼ ਕਰਨਗੇ ਕਿ ਦੁਬਾਰਾ ਇਹ ਚੋਣ ਜਿੱਤ ਜਾਣ, ਪਰ ਇਹ ਫਿਰ ਵੀ ਜਿੱਤ ਨਹੀਂ ਸਕਣਗੇ। ਇਹਨਾਂ ਨੂੰ ਨਹੀਂ, ਮੈਨੂੰ ਬੋਲ ਲੈਣ ਦੇ, ਮੈਂ ਤੁਹਾਡੇ ਗੱਲ 'ਚ ਬੋਲਿਆ ਨਹੀਂ। ਔਰ ਇਹ ਪੰਜਾਬ ਦੇ ਲੋਕ ਇਹਨਾਂ ਨੂੰ ਸਭ ਸਮਝ ਚੁੱਕੇ ਆ, ਇਹਨਾਂ ਨੂੰ ਦੁਬਾਰਾ ਇਹਨਾਂ ਦੇ ਕੋਲੋਂ ਭੁਲੇਖਾ ਨਹੀਂ ਖਾਣ ਵਾਲੇ। ਔਰ ਇਸ ਕਰਕੇ ਇਹਨਾਂ ਦਾ ਜਿੰਨੀਆਂ ਗੱਲਾਂ ਇਹ ਕਰ ਰਹੇ ਨੇ, ਇਹਨਾਂ ਦੀਆਂ ਆਪਣੀਆਂ ਗੱਲਾਂ 'ਚ ਇਹ ਸਾਬਤ ਹੋ ਗਿਆ। ਜੇ ਅੱਜ ਇਹਨਾਂ ਕੋਲ ਸਾਡੇ ਖਿਲਾਫ ਸਬੂਤ ਨੇ ਤਾਂ ਇਹ ਸਾਹਮਣੇ ਆਉਣ ਔਰ ਜਾਂਚ ਜਿਹੜੀ ਕਿਸੇ ਨਿਰਪੱਖ ਹੋਣੀ ਚਾਹੀਦੀ। ਗਰੇਵਾਲ ਸਾਹਿਬ ਮੈਂ ਤੁਹਾਡੇ ਕੋਲ ਇੱਕ ਹੋਰ ਕਮੈਂਟ ਲੈਣਾ ਹੈਗਾ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੋਈ ਹੈ, ਜਿਹੜੇ ਡੇਰਾ ਸਮਰਥਕਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਇੱਕ ਹੋਰ ਗੱਲ ਆਖੀ ਹੈ ਕਿ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ। ਮੌਜੂਦਾ ਸਰਕਾਰ ਤੋਂ ਐਲੀਗੇਸ਼ਨ ਲਾ ਰਹੇ ਨੇ। ਉਹਨਾਂ ਆਖਿਆ ਕਿ ਕੁਝ ਡੇਰਾ ਸਮਰਥਕਾਂ ਨੂੰ ਫੜ ਕੇ ਸਰਕਾਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ। ਇਹ ਅੱਜ ਦੇ ਇਹ ਵੀ ਐਲੀਗੇਸ਼ਨ ਹੈਗੇ। ਪਹਿਲੇ ਤੁਸੀਂ ਦੱਸ ਦਿਓ, ਫਿਰ ਮੈਂ ਦਲਜੀਤ ਹੁਣਾਂ ਕੋਲ ਇਸ ਤੇ ਉਹਨਾਂ ਦਾ ਪੱਖ ਲੈਣਾ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪਰਫਾਰਮ ਨਹੀਂ ਕਰ ਪਾਏ ਤਾਂ ਹੁਣ ਇਹ ਧਿਆਨ ਭਟਕਾ ਰਹੇ ਆ। ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ, ਜਿਹੜਾ ਇਹ ਡੇਰੇ ਦੇ ਕੁਝ ਲੋਕਾਂ ਨੂੰ ਫੜ ਕੇ ਪੂਰੇ ਹੀ ਸਾਰੇ ਡੇਰੇ ਦੇ ਨਾਲ ਗਰੀਬ ਲੋਕ, ਆਮ ਜਨਤਾ ਜੁੜੀ ਹੋਈ ਹੈ। ਜਿਹੜੀ ਆਮ ਜਨਤਾ ਜੁੜੀ ਹੈ ਉਹਨਾਂ ਦਾ ਕੋਈ ਦੋਸ਼ ਨਹੀਂ ਹੈ। ਜੇ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਮੁਕੱਦਮੇ ਬਣ ਗਏ ਤੇ ਇਹ ਉਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਆ ਤੇ ਇਹ ਸਮਝਦੇ ਆ ਕਿ ਉੱਥੇ ਚਲਾ ਗਿਆ ਉਹ ਸ਼ੂਟ ਹੋ ਗਿਆ, ਉਹਨਾਂ ਦੇ ਘਰਾਂ 'ਚ ਕੋਈ ਚਲਾ ਗਿਆ ਉਹ ਸ਼ੂਟ ਹੋ ਗਿਆ। ਉਹ ਤਾਂ ਲੱਖਾਂ ਕਰੋੜਾਂ ਲੋਕ ਜੁੜੇ ਹੋਏ ਸੀ, ਉਸ ਵੇਲੇ ਨਾ ਜੁੜਨ ਦਿੰਦੇ। ਉਹ ਵੀ ਕਾਂਗਰਸ ਨੇ ਪੈਦਾ ਕੀਤਾ ਸਾਰਾ ਕੁਝ, ਇਹ ਡੇਰੇ ਵੀ ਕਾਂਗਰਸ ਨੇ। ਨਹੀਂ, ਪਰ ਤੁਹਾਡੀ ਸਰਕਾਰ, ਤੁਸੀਂ 10 ਸਾਲ ਰਹੇ, ਤੁਸੀਂ ਤੋੜ ਲੈਂਦੇ। ਅੱਜ ਤੁਹਾਡੇ ਤੇ ਐਲੀਗੇਸ਼ਨ ਗਰੇਵਾਲ ਸਾਹਿਬ, ਇਹ ਤੇ ਬਿਲਕੁਲ ਹੀ ਗੱਲ ਤੁਸੀਂ ਉਹ ਕਰ ਰਹੇ ਹੋ। ਤੁਹਾਡੀ ਸਰਕਾਰ, ਤੁਸੀਂ ਕਹਿੰਦੇ ਉਹ ਜੋੜ ਗਏ, ਮਤਲਬ ਉਹ ਜਿਹੜੇ ਜੋੜ ਗਏ ਉਹਨਾਂ ਨੂੰ ਤੁਸੀਂ ਜੁੜੇ ਰਹਿਣ ਦਿੱਤਾ ਜਾਂ ਫਿਰ ਤੁਸੀਂ ਤੋੜ ਲੈਂਦੇ। ਔਰ ਅਜੇ ਵੀ ਐਲੀਗੇਸ਼ਨ ਇਹੀ ਹੈ ਕਿ ਉਹ ਜੁੜੇ ਹੋਏ ਲੋਕਾਂ ਦੀ ਬੈਕ ਦਿਖਾ ਕੇ 17 'ਚ ਵੋਟਾਂ ਲੈਣ ਚਲੇ ਗਏ। ਇਹ ਕੀ ਗੱਲ ਹੋਈ? ਅਸੀਂ 17 'ਚ ਇਹਨਾਂ ਕੋਲ ਕੀ ਸਬੂਤ ਆ ਕਿ ਅਸੀਂ ਵੋਟਾਂ ਲੈਣ ਗਏ? ਇਹ ਖੁਦ ਵੋਟਾਂ ਲੈਣ ਜਾਂਦੇ ਆ। ਔਰ ਇਹ ਕਹਿ ਰਹੇ ਨੇ ਜੀ, ਤੇ ਡੇਰੇ ਵਾਲੇ ਅੱਜ ਪ੍ਰੈਸ ਕਾਨਫਰੰਸ 'ਚ ਕਹਿ ਰਹੇ ਨੇ ਤੁਸੀਂ ਵੋਟ ਲੈਣ ਗਏ ਉਹਨਾਂ ਕੋਲ। ਡੇਰੇ ਵਾਲਿਆਂ ਕੋਲ ਦੇਖੋ, ਮੇਰੀ ਗੱਲ ਸੁਣੋ, ਮੈਂ ਭਾਰਤੀ ਜਨਤਾ ਪਾਰਟੀ ਤੋਂ ਆ ਔਰ ਅਸੀਂ ਕਿਸੇ ਡੇਰੇ ਨੂੰ, ਕਿਸੇ ਪੰਥ ਨੂੰ, ਕਿਸੇ ਧਰਮ ਨੂੰ ਅਛੂਤ ਨਹੀਂ ਮੰਨਦੇ। ਸਾਰਿਆਂ ਦਾ ਬਰਾਬਰ ਸਤਿਕਾਰ ਕਰਦੇ ਆ ਤੇ ਸਾਨੂੰ ਕਿਸੇ ਤੋਂ ਕੋਈ ਪਰਹੇਜ਼ ਨਹੀਂ ਹੈ। ਰਾਮ ਰਹੀਮ ਦਾ ਵੀ ਸਤਿਕਾਰ ਕਰਦੇ ਹੋ? ਹੈ ਜੀ ਗਰੇਵਾਲ ਸਾਹਿਬ, ਰਾਮ ਰਹੀਮ ਦਾ ਵੀ ਸਤਿਕਾਰ ਕਰਦੇ ਹੋ? ਉਹ ਤਾਂ ਉਹਨੇ ਕ੍ਰਾਈਮ ਕੀਤਾ, ਉਹਦੀ ਉਹ ਸਜ਼ਾ ਪਾ ਰਿਹਾ, ਉਹਦੇ 'ਚ ਕੀ ਹੈ? ਉਹ ਤਾਂ ਕੋਈ ਹੋਰ ਵੀ ਹੋਊਗਾ, ਕਿਸੇ ਹੋਰ ਡੇਰੇ ਦਾ ਵੀ ਪ੍ਰਮੁੱਖ ਕਰੂਗਾ, ਉਹਦੇ ਖਿਲਾਫ ਵੀ ਕਾਰਵਾਈ। ਸਾਡੀ ਸਰਕਾਰ ਤਾਂ ਬਿਨਾਂ ਕਿਸੇ ਡਿਸਟਿੰਕਸ਼ਨ ਤੋਂ ਜਿਹੜਾ ਵੀ ਕ੍ਰਿਮੀਨਲ ਖਿਲਾਫ ਕਾਰਵਾਈ ਕਰਦੀ ਆ। ਕਿਸੇ ਡੇਰੇ ਵਾਲੇ ਕੋਈ ਪ੍ਰੇਮ ਨਹੀਂ, ਕਿਸੇ ਡੇਰੇ ਵਾਲੇ ਨਾਲ ਕੋਈ ਬੈਰ ਨਹੀਂ, ਸਾਰਿਆਂ ਨੂੰ ਅਸੀਂ ਬਰਾਬਰ ਸਮਝਦੇ ਆ। ਇਹ ਡੈਮੋਕ੍ਰੇਸੀ ਆ, ਸਭ ਨੂੰ ਜੀਣ ਦਾ ਹੱਕ ਆ, ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ। ਅਸੀਂ ਕਿਸੇ ਦੀ ਆਵਾਜ਼ ਨਹੀਂ ਪਾਉਂਦੇ ਨਹੀਂ। ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਸਤਿਕਾਰ ਕਰਦੇ ਆ, ਸੰਵਿਧਾਨ ਨੂੰ ਆਪਦੀ ਹੋਲੀ ਮੰਨਦੇ ਆ, ਉਸ ਦੇ ਮੁਤਾਬਕ ਸਰਕਾਰ ਚਲਾ ਰਹੇ ਆ। ਇਸ ਕਰਕੇ ਕਾਂਗਰਸ ਹਮੇਸ਼ਾ ਏਦਾਂ ਦੀਆਂ ਵੰਡੀਆਂ ਪਾਈਆਂ ਨੇ। ਫਿਰ ਪੰਜਾਬ ਦਾ ਨੁਕਸਾਨ ਕਰਨ ਲਈ ਕਾਂਗਰਸ ਦੇ ਡੇਰੇ ਵਾਲੇ ਇੰਨੀ ਗੱਲ ਤਾਂ ਠੀਕ ਕਹਿ ਰਹੇ ਆ ਕਿ ਪੰਜਾਬ ਦਾ। ਪਰ ਕੀ ਗਰੇਵਾਲ ਸਾਹਿਬ ਡੈਮੋਕ੍ਰੇਸੀ ਦੀ ਆੜ ਦੇ ਵਿੱਚ ਕਿਆ ਰਿਲੀਜੀਅਸ ਸੈਂਟੀਮੈਂਟ ਤਾਕ ਤੇ ਰੱਖੇ ਜਾ ਸਕਦੇ ਆ ਕਿ ਇਹ ਡੈਮੋਕ੍ਰੇਸੀ ਹੈਗੀ ਆ, ਸਾਡੇ ਲਈ ਬਰਾਬਰ ਹੈ, ਅਸੀਂ ਵੋਟ ਲੈਣ ਜਾ ਸਕਦੇ ਆ। ਪਰ ਜੇ ਕਿਸੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦਾ ਐਲੀਗੇਸ਼ਨ ਹੈਗਾ, ਅਸੀਂ ਉਹਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਡੈਮੋਕ੍ਰੇਸੀ ਆ। ਕਿਸੇ ਤੇ ਪੰਥ ਨੂੰ ਚੈਲੰਜ ਕਰਨ ਦਾ ਐਲੀਗੇਸ਼ਨ ਹੈਗਾ, ਪਰ ਅਸੀਂ ਉਹਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਡੈਮੋਕ੍ਰੇਸੀ ਹੈ। ਕਿਆ ਇਹਦਾ ਤਰਕ ਇਹ ਹੈਗਾ? ਅਸੀਂ ਕਿਸੇ ਤੇ ਗਲਤ ਕਾਰਵਾਈ ਨਹੀਂ ਕਰਦੇ, ਕਿਸੇ ਨਾਲ ਲਿਹਾਜ਼ ਨਹੀਂ ਕਰਦੇ ਜਿਹੜਾ ਕ੍ਰਿਮੀਨਲ ਆ। ਸਾਡੀ ਸਰਕਾਰ ਦਾ ਇਹ ਕੰਮ ਸੀ। ਇਹਨਾਂ ਦੀ ਸਰਕਾਰ ਸਾਨੂੰ ਬਦਨਾਮ ਕਰਨ ਦੇ ਲਈ ਸਿਆਸਤ ਤੋਂ ਪ੍ਰੇਰਿਤ ਸਾਰੀ ਕਾਰਵਾਈ ਕਰ ਰਹੀ ਹੈ। ਇਸ ਕਰਕੇ ਕਾਂਗਰਸ ਤੋਂ ਪ੍ਰੇਰਿਤ ਕਰਨਾ ਚਾਹੀਦਾ। ਦਲਜੀਤ, ਬਹੁਤ ਥੋੜਾ ਸਮਾਂ ਰਹਿ ਗਿਆ ਹੈਗਾ। ਪਮਿਲ ਜੀ, ਮੈਨੂੰ 2 ਮਿੰਟ। ਐਲੀਗੇਸ਼ਨ ਇਹ ਹੈਗਾ ਕਿ ਡਾਇਵਰਟ ਕਰ ਰਹੇ ਹੋ ਜੀ। ਮੈਂ ਤੁਹਾਨੂੰ ਇਨਸੀਡੈਂਟ ਜੋੜ ਕੇ ਦਿਖਾਣਾ। 2007 ਚ ਡੇਰੇ ਮੁਖੀ ਤੇ ਸਭ ਤੋਂ ਪਹਿਲਾਂ FIR ਹੁੰਦੀ ਹੈ। ਉਹ ਕਿਹਦੀ ਸਰਕਾਰ ਸੀ? ਅਕਾਲੀ ਦਲ ਦੀ ਸਰਕਾਰ ਸਮੇਂ FIR ਹੁੰਦੀ ਹੈ। ਉਹ FIR ਇਲੈਕਸ਼ਨ 2012 ਚ ਆਂਦੀ ਦੁਬਾਰਾ ਤੋਂ 3 ਦਿਨ ਪਹਿਲਾਂ ਉਹ ਕੈਂਸਲੇਸ਼ਨ ਫਾਈਲ ਕਰ ਦਿੱਤੀ ਹੁੰਦੀ ਹੈ। 5 ਸਾਲ ਚਾਰਜ ਸ਼ੀਟ ਫਾਈਲ ਨਹੀਂ ਕਰਦੇ ਇਹੀ ਸਰਕਾਰ ਵਾਲੇ। ਜੇ ਇਹ ਚਾਰਜ ਸ਼ੀਟ ਫਾਈਲ ਕਰਦੇ, ਉਹਦਾ ਟ੍ਰਾਇਲ ਚੱਲਦਾ ਤੇ ਸ਼ਾਇਦ 2015 ਚ ਉਹਦੀ ਹਿੰਮਤ ਨਾ ਹੁੰਦੀ ਡੇਰੇ ਵਾਲਿਆਂ ਦੀ ਬੇਅਦਬੀ ਕਰਨ ਦੀ। ਦੂਜੀ ਗੱਲ,
ਫਿਰ ਬਿਨਾ ਮੰਗੇ ਇਹੀ ਸਰਕਾਰ ਵਾਲੇ 1.5 ਸਾਲ ਚ ਕੁਝ ਕਰਦੇ ਨਹੀਂ ਇਨਵੈਸਟੀਗੇਸ਼ਨ, ਪਰ ਡੇਰੇ ਵਾਲੇ ਨੂੰ ਮਾਫੀ ਦਵਾ ਦਿੰਦੇ ਨੇ। ਫਿਰ ਇਹੀ ਸਰਕਾਰ ਵਾਲੇ 2 ਸਿੱਖਾਂ ਨੂੰ ਫੜ ਕੇ ਉਹਨਾਂ ਦੇ ਨਾਂ ਤੇ ਬੇਅਦਬੀ ਦਾ ਸਾਰਾ ਰੋਪ ਮਟਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਬਾਅਦ ਚ ਉਹਨੂੰ ਛੱਡਦੇ ਨੇ। ਕਿਉਂ ਫੜਿਆ ਇਹਨਾਂ ਨੇ? ਪਹਿਲਾਂ ਕੀ ਸਾਜ਼ਿਸ਼ ਅਧੀਨ ਇਹਨਾਂ ਨੇ ਫੜਿਆ ਕਿ ਸਿੱਖਾਂ ਦੇ ਸਰੂਪ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਹੁੰਦੀ ਹੈ, ਉਹਦਾ ਇਲਜ਼ਾਮ ਇਸੇ ਸਰਕਾਰ ਨੇ ਸਿੱਖਾਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ ਹੀ ਗੱਲ, ਇਸ ਗੱਲ ਦੀ ਮਾਫੀ ਮੰਗੀ ਸਰਕਾਰ ਨੇ ਕਦੀ? ਫਿਰ ਉਹ ਛੱਡੇ ਕਿਉਂ? ਜੇ ਉਹਨਾਂ ਨੇ ਬੇਅਦਬੀ ਕੀਤੀ ਫਿਰ ਛੱਡੇ ਕਿਉਂ? ਜੇ ਉਹ ਨਹੀਂ ਬੇਅਦਬੀ ਕੀਤੀ ਇਹਨਾਂ ਨੇ ਫੜੇ ਕਿਉਂ? ਇਹ ਮਤਲਬ ਸਿੱਖਾਂ ਨੂੰ ਬਦਨਾਮ, ਸਿੱਖ ਪੰਥ ਨੂੰ ਖਰਾਬ ਬਦਨਾਮ ਕਰਨ ਲਈ ਇਹਨਾਂ ਨੇ ਸਰਕਾਰ ਨੇ ਕੋਸ਼ਿਸ਼ ਕੀਤੀ। ਠੀਕ ਹੈ ਧਾਰਨੀ ਸਾਹਿਬ ਕਈ ਸਾਰੇ ਐਲੀਗੇਸ਼ਨ ਹੈਗੇ ਨੇ। ਮੈਂ ਨਾ ਦਲਜੀਤ ਸਿੰਘ ਦੀ ਜਿਹੜੀ ਹੈਗੀ ਹੈ ਜਾਂਚ ਦੇ ਵਿਸ਼ੇ ਤੋਂ ਮੈਂ ਹੈਰਾਨ ਹੋ ਰਿਹਾ। ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸਿਰ ਪੈਰ ਤੋਂ ਵੀ ਇਹ ਕਿਹੜੇ ਕੇਸ ਦੀ ਗੱਲ ਕਰ ਰਹੇ ਆ। ਇੱਕ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਜਿਹੜਾ ਡੇਰਾ ਸਰਸਾ ਹੈਗਾ ਉਹ ਹਰਿਆਣੇ ਦੇ ਵਿੱਚ ਹੈਗਾ। ਜੇ ਹਰਿਆਣੇ ਦੇ ਵਿੱਚ ਕੋਈ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ, ਅੱਜ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਮੇਰੇ ਤਾਜੀ ਜੀ ਮੇਰੇ ਸਤਿਕਾਰਯੋਗ ਹੋ, ਮੈਂ ਪੰਜਾਬ ਦੀ ਗੱਲ ਕਰ ਰਿਹਾ। 2007 ਵਾਲੇ ਪਰਚੇ ਦੀ ਗੱਲ, ਜਿਹੜੇ ਗੁਰੂ ਸਾਹਿਬ ਜੀ ਦਾ ਡਰੈਸ ਪਾ ਕੇ ਤੁਸੀਂ ਕੀਤੀ ਸੀ। ਅੱਜ ਨੂੰ ਗੱਲ ਨੂੰ ਟਿਲਟ ਨਾ ਕਰੋ, ਜਵਾਬ ਦੇਹੀ ਦਿਓ। ਮੇਰੀ ਸੁਣੀ ਜਾਇਓ, ਕੋਈ ਗੱਲ ਨਹੀਂ, ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ। ਕੁੰਵਰ ਵਿਜੇ ਪ੍ਰਤਾਪ ਇਹ ਕਹਿੰਦੇ ਆ ਕਿ ਜੀ ਗੱਲ ਡੇਰੇ ਵੱਲ ਨੂੰ ਤਾਰ ਜਾਂਦੀ ਹੈ। ਡੇਰੇ ਵਾਲੇ ਨੂੰ ਕੋਈ ਸੰਮਣ ਕੱਢਿਆ ਹੋਵੇ ਉਹਨਾਂ ਨੇ, ਕੋਈ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ਲਿਆ ਹੋਵੇ ਉਹਨਾਂ ਨੇ ਨਾ, ਪਰ ਸਿਰਫ ਤੁਹਾਡੀ ਆ ਕੇ ਜਿਹੜੀ ਹੈਗੀ ਆ ਮੀਡੀਆ ਟ੍ਰਾਇਲ ਇੱਕ ਕਰਕੇ ਜਿਹੜਾ ਹੈਗਾ, ਜਦੋਂ ਕੋਈ ਇਲੈਕਸ਼ਨ ਆਉਂਦੀ ਹੈਗੀ ਆ ਉਦੋਂ ਕੁੰਵਰ ਵਿਜੇ ਪ੍ਰਤਾਪ ਜੀ ਕਿਸੇ ਨਾ ਕਿਸੇ ਜਿਹੜਾ ਹੈਗੇ ਮੀਡੀਆ ਦੇ ਵਿੱਚ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਉਣ ਲੱਗ ਜਾਂਦੇ ਆ। ਮੈਂ ਕਹਿੰਦਾ ਕਿ ਇੱਕ ਇਨਵੈਸਟੀਗੇਟਿੰਗ ਏਜੰਸੀ ਨੂੰ ਇਹ ਰਾਈਟ ਹੀ ਨਹੀਂ ਬਣਦਾ ਐਜ਼ ਪਰ ਦਾ ਪੁਲਿਸ ਰੂਲਸ ਕਿ ਉਹ ਆਪਣੀ ਇਨਵੈਸਟੀਗੇਸ਼ਨ ਨੂੰ ਕਿਸੇ ਕੋਲ ਡਿਸਕਲੋਜ਼ ਕਰੇ। ਸੋ ਮੈਂ ਇੱਕ ਰਿਕੁਐਸਟ ਕਰਦਾ ਹੈਗਾ, ਮੈਂ ਦਲਜੀਤ ਜੀ ਤੁਹਾਨੂੰ ਬਿਲਕੁਲ ਇੱਕ ਗੱਲ ਕਲੀਅਰ ਕਰਦਾ ਕਿ ਤੁਸੀਂ ਜਿੱਦਣ ਤੋਂ ਇਹ ਇਨਵੈਸਟੀਗੇਸ਼ਨ ਸਟਾਰਟ ਕੀਤੀ ਆ ਉਦੋਂ ਤੋਂ ਕਹਿੰਦੇ ਆ ਕਿ ਇਹਦਾ ਰਸਤਾ ਬਾਦਲਾਂ ਦੇ ਘਰਾਂ ਵੱਲ ਨੂੰ ਜਾਂਦਾ। ਤੁਸੀਂ ਮੈਨੂੰ ਇਹ ਦੱਸੋ ਕਿ ਸਾਨੂੰ ਫੜ ਕੇ ਕਦੋਂ ਅੰਦਰ ਕਰੋਗੇ? ਅਸੀਂ ਤੁਹਾਡੇ ਕੋਲ ਜਾ ਕੇ ਤੁਹਾਡੇ ਇਹ ਵਾਲਾ ਸ਼ੌਂਕ ਵੀ ਜਲਦੀ ਪੂਰਾ ਹੋਏਗਾ ਧਾਰਨੀ ਸਾਹਿਬ, ਪਰ ਇੱਕ ਗੱਲ ਦਾ ਜਵਾਬ ਦਿਓ। ਜਿਹੜਾ ਮੇਰੇ ਸਵਾਲ ਸੀ ਕਿ 2 ਸਿੱਖਾਂ ਨੂੰ ਫੜ ਕੇ ਬੇਅਦਬੀ ਦਾ ਇਲਜ਼ਾਮ ਉਹਨਾਂ ਦੇ ਕਿਉਂ ਮੜਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੀ ਸਰਕਾਰ ਵੱਲੋਂ? ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਗੁਰਦੁਆਰੇ 'ਚ। ਇਸ ਗੱਲ ਦੇ ਉੱਪਰ ਤੁਸੀਂ ਗੱਲ ਦਾ ਜਵਾਬ ਦਿਓ, ਗੱਲ ਨੂੰ ਟਵਿਸਟ ਨਾ ਕਰੋ। ਇਸ ਗੱਲ ਦਾ ਜਵਾਬ ਦਿਓ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਸੀ ਜਦੋਂ 2 ਸਿੱਖ ਫੜੇ ਗਏ ਸੀ? ਗੁਰਦੁਆਰੇ ਸਾਹਿਬ ਮੱਥਾ ਟੇਕਣ ਨਹੀਂ ਗਏ ਸੀ ਉਹ? ਇਸ ਗੱਲ ਨੂੰ ਟਵਿਸਟ ਨਾ ਕਰੋ ਤੁਸੀਂ। ਮੈਂ ਪਮਲ ਜੀ ਇੱਕ ਗੱਲ ਕਰਦਾ ਕਿ ਜੋ ਵੀ ਗੱਲ ਆਉਣੀ ਹੈ, 2 ਬੰਦੇ ਆਏ ਜਾਂ 4 ਬੰਦੇ ਆਏ ਜਿਹੜੀਆਂ ਇਹ ਗੱਲਾਂ ਕਰ ਰਹੇ ਆ, ਇਟਸ ਅ ਲੈਕ ਆਫ, ਔਰ ਜੇ ਕਹੀਏ ਵੀ ਉਹਨਾਂ ਦੀ ਬਿਹਤਰੀ ਕਹਿ ਲੋ ਜਾਂ ਇਹ ਕਹਿ ਲੋ ਕਿ ਉਹਨਾਂ ਦੀ ਗੁੱਡ ਉਹਨਾਂ ਦੀ ਕੰਡਕਟ ਕਹਿ ਲੋ, ਇਹ ਸਿਰਫ ਇਨਵੈਸਟੀਗੇਟਿੰਗ ਏਜੰਸੀਜ਼ ਦਾ ਰੋਲ ਹੁੰਦਾ ਹੈ। ਨਹੀਂ ਪਰ ਉਹ ਦਲਜੀਤ ਗੱਲ ਹੋਰ ਕਰ ਰਹੇ ਨੇ ਧਾਰਨੀ ਸਾਹਿਬ ਦਲਜੀਤ ਗੱਲ ਹੋਰ ਕਰ ਰਹੇ ਨੇ ਕਿ ਉਹ 2 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਕਿਉਂ ਗਿਆ? ਜੇ ਉਹਨਾਂ ਨੇ ਬੇਅਦਬੀ ਨਹੀਂ ਕੀਤੀ ਸੀ ਤੇ ਫਿਰ ਗ੍ਰਿਫਤਾਰ ਕਿਉਂ ਕੀਤਾ ਗਿਆ? ਜੇ ਕੀਤੀ ਸੀ ਤੇ ਫਿਰ ਉਹ ਗ੍ਰਿਫਤਾਰ ਕਿਉਂ ਕੀਤਾ ਗਿਆ? ਜੇ ਨਹੀਂ ਕੀਤੀ ਸੀ ਛੱਡੇ ਕਿਉਂ ਗਏ? ਮੈਂ ਇਹਨਾਂ ਨੂੰ ਇਹ ਪੁੱਛਦਾ ਵੀ ਉਹ ਸੁਖਬੀਰ ਸਿੰਘ ਬਾਦਲ ਨੇ ਗ੍ਰਿਫਤਾਰ ਕੀਤਾ ਸੀ, ਫਿਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਿਉਂ ਕੀਤੀ? ਪ੍ਰੈਸ ਕਾਨਫਰੰਸ ਕਿਉਂ ਕੀਤੀ ਸੁਖਬੀਰ ਸਿੰਘ ਬਾਦਲ ਨੇ? ਪ੍ਰੈਸ ਕਾਨਫਰੰਸ ਕਰਨੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੇ ਲੈ ਕੇ ਆਉਣੀਆਂ, ਉਹਦੇ ਮੁਤਾਬਕ ਜਿਹੜੀ ਹੈਗੀ ਆ ਪੋਲੀਟੀਕਲ। ਅੱਜ ਕੈਪਟਨ ਸਾਹਿਬ ਜੋ ਸਟੇਟਮੈਂਟਾਂ ਦੇ ਰਹੇ ਆ, ਕੈਪਟਨ ਸਾਹਿਬ ਉੱਤੇ ਬਰਗਾੜੀ ਤੁਰੇ ਫਿਰਦੇ ਆ, ਜੋ ਉਹਨਾਂ ਨੂੰ ਖੱਟੜਾ ਸਾਹਿਬ ਕਹਿ ਦਿੰਦੇ ਆ ਜਾਂ ਉਹਨਾਂ ਨੂੰ ਜਿਹੜਾ ਹੈਗਾ ਕੁੰਵਰ ਵਿਜੇ ਪ੍ਰਤਾਪ ਕਹਿ ਦਿੰਦੇ ਆ। ਬੈਠੇ ਕੈਪਟਨ ਸਾਹਿਬ ਆਪਣੀ ਸਟੇਟਮੈਂਟ ਦੱਸ ਦਿੰਦੇ ਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸੁਖਬੀਰ ਸਿੰਘ ਬਾਦਲ ਨੂੰ ਮਿਸਲੀਡ ਕੀਤਾ ਗਿਆ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲੇ ਉਹਨਾਂ ਦੇ ਅਫਸਰਾਂ ਨੇ, ਕਿਉਂਕਿ ਹੋਮ ਮਿਨਿਸਟਰ ਸੀਗੇ। ਗੱਲ ਮਿਸਲੀਡ ਨਹੀਂ ਜੀ ਹੈਗੀ, ਗੱਲ ਫੈਕਟਸ ਦੀ ਹੈਗੀ ਆ। ਇਨਵੈਸਟੀਗੇਟਿੰਗ ਏਜੰਸੀਜ਼ ਕੋਲ ਕੀ ਫੈਕਟਸ ਆਉਂਦੇ ਹੈਗੇ ਆ, ਉਹ ਗਲਤ ਆਉਂਦੇ ਜਾਂ ਠੀਕ ਆਉਂਦੇ ਆ। ਉਹਨਾਂ ਦੀ ਇਨਵੈਸਟੀਗੇਸ਼ਨ ਦੇਖੋ, ਇਨਵੈਸਟੀਗੇਸ਼ਨ ਸੀਬੀਆਈ ਦੀ ਵੀ ਆ, ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੀ ਵੀ ਆ। ਠੀਕ ਹੈ, ਕੱਲ ਤੱਕ ਤੁਸੀਂ ਸੀਬੀਆਈ ਨੂੰ ਸਭ ਤੋਂ ਉੱਪਰ ਮੰਨਦੇ ਸੀ, ਅੱਜ ਤੁਹਾਨੂੰ ਉਹਦੇ ਉੱਤੇ ਜਿਹੜਾ ਹੈਗਾ ਤੁਸੀਂ ਕਿੰਤੂ ਕਰ ਰਹੇ ਆ, ਉਂਗਲੀ ਕਰ ਰਹੇ ਹੈਗੇ। ਠੀਕ ਹੈ, ਗਰੇਵਾਲ ਸਾਹਿਬ ਕਨਕਲੂਡ ਕਰਨਾ, ਫਾਈਨਲ ਕਮੈਂਟ। ਗੱਲ ਇਹ ਹੈ ਜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਡਿਪਟੀ ਸੀਐਮ ਸੀ, ਹੋਮ ਮਿਨਿਸਟਰ ਸੀ, ਉਹਨਾਂ ਦਾ ਡਿਪਾਰਟਮੈਂਟ ਸੀ, ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ। ਇਹ ਕੋਈ ਕ੍ਰਾਈਮ ਨਹੀਂ ਹੈ ਕਿ ਜੇ ਪ੍ਰੈਸ ਕਾਨਫਰੰਸ
ਇਹ ਜੋ ਫਿਗਰ ਐਂਡ ਫੈਕਟਸ ਉਹਨਾਂ ਦੇ ਸਾਹਮਣੇ ਇਨਵੈਸਟੀਗੇਟਿੰਗ ਏਜੰਸੀ ਰੱਖੇਗੀ, ਉਸੇ ਨੂੰ ਉਹ ਬੋਲਣਗੇ। ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਕਾਂਗਰਸ ਨੂੰ ਇੱਕੋ ਅਪੀਲ ਕਰਦਾ ਕਿ ਪੰਜਾਬ 'ਚ ਸ਼ਾਂਤੀ ਰਹਿਣ ਦਿਓ। ਬੜੀ ਮੁਸ਼ਕਲ ਨਾਲ ਪੰਜਾਬ ਸ਼ਾਂਤ ਹੋਇਆ, ਅਸੀਂ ਬੜਾ ਸੰਤਾਪ ਭੁਗਤਿਆ। ਤੁਸੀਂ ਉਹ ਪਹਿਲਾਂ ਵਾਲੇ ਕੰਮ ਫਿਰ ਨਾ ਕਰੋ। ਇਸ ਕਰਕੇ ਕਾਂਗਰਸ ਹਰਕਤਾਂ ਤੋਂ ਬਾਜ ਆਵੇ। ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ ਬਿਲਕੁਲ ਨਹੀਂ ਕਰਨਾ। ਇਹਨਾਂ ਨੇ ਝੂਠੇ ਵਾਅਦੇ ਕੀਤੇ, ਹੁਣ ਬਾਅਦ 'ਚ ਵੀ ਇਹਨਾਂ ਦਾ ਵਾਅਦਾ ਕਿ ਅਸੀਂ ਪਮਿਲ ਜੀ ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਵਾਂਗੇ। ਅੱਜ ਕੋਈ ਜੇਲ੍ਹ 'ਚ ਪਹੁੰਚਾਇਆ ਕੀ ਕਰਤਾ? ਠੀਕ ਹੈ, ਠੀਕ ਹੈ, ਠੀਕ ਹੈ। ਧਾਰਨੀ ਸਾਹਿਬ ਫਾਈਨਲ ਕਮੈਂਟ ਕੰਕਲੂਡ ਕਰ ਦਿਓ। ਧਾਰਨੀ ਸਾਹਿਬ 1 ਮਿੰਟ 'ਚ ਇਹਨਾਂ ਨੇ ਦਲਜੀਤ ਜੀ ਆ ਰਹੇ ਪਹਿਲੇ ਧਾਰਨੀ ਸਾਹਿਬ। ਇਹ ਮੈਂ ਦੱਸਦਾ ਜੀ, ਇਹਨਾਂ ਨੇ ਇਹ ਕੀਤਾ ਕਿ ਬਿੱਟੂ ਵਰਗਿਆਂ ਨੂੰ ਜੇਲ੍ਹ ਦੇ ਵਿੱਚ ਮਰਵਾਤਾ ਤਾਂ ਕਿ ਜਿਹੜੀ ਹੈਗੀ ਐਕਚੁਅਲ ਇਨਵੈਸਟੀਗੇਸ਼ਨ ਕਿੱਧਰ ਨੂੰ ਜਾ ਰਹੀ ਹੈਗੀ ਆ, ਉਹਦੀ ਜਿਹੜੇ ਲਿੰਕ ਔਰ ਤਾਰ ਹੈਗੇ ਜਿਹੜੇ ਵਿੱਚ ਤੇ ਤੋੜ ਦਿੱਤੇ ਜਾਣ। ਇਹ ਇਸ ਗੱਲ ਲਈ ਜ਼ਿੰਮੇਵਾਰ ਕਿਹਨੂੰ ਠਹਿਰਾਉਂਦੇ ਆ ਕਿ ਕੈਪਟਨ ਸਾਹਿਬ ਜ਼ਿੰਮੇਵਾਰ ਆ ਬਿੱਟੂ ਨੂੰ ਮਾਰਨ ਵਾਸਤੇ? ਕਿਆ ਇਹਨਾਂ ਦੀਆਂ ਇਨਵੈਸਟੀਗੇਟਿੰਗ ਏਜੰਸੀ ਜ਼ਿੰਮੇਵਾਰ ਹੈਗੀਆਂ? ਕੀ ਇਹਨਾਂ ਦਾ ਜੇਲ੍ਹ ਡਿਪਾਰਟਮੈਂਟ ਹੈਗਾ? ਕਿਹਦੇ ਖਿਲਾਫ ਇਹਨਾਂ ਨੇ ਅੱਜ ਤੱਕ ਪਰਚਾ ਦਰਜ ਕੀਤਾ? ਧਾਰਨੀ ਸਾਹਿਬ ਡੇਰੇ ਵਾਲੇ ਕਹਿ ਰਹੇ ਨੇ, ਡੇਰਾ ਦੇ ਸਮਰਥਕ ਕਹਿ ਰਹੇ ਨੇ ਕਿ ਸਾਡੇ ਤੇ ਕਾਂਗਰਸ ਕਾਰਵਾਈ ਇਸ ਲਈ ਕਰ ਰਹੀ ਹੈ ਕਿਉਂਕਿ ਅਸੀਂ ਵੋਟਾਂ ਨਹੀਂ ਪਾਈਆਂ। ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੇ ਮਹਿੰਦਰਪਾਲ ਬਿੱਟੂ ਨੂੰ ਮਰਵਾ ਦਿੱਤਾ ਤਾਂ ਕਿ ਅਸਲ ਦੋਸ਼ੀਆਂ ਤੱਕ ਨਾ ਪਹੁੰਚਿਆ ਜਾਏ। ਤੁਹਾਨੂੰ ਲੱਗਦਾ ਕਿ ਇੱਕ ਕਨਫਿਊਜ਼ਨ ਕਿਸ ਪਾਸੇ ਦੀ ਹੈ? ਫਿਰ ਡੇਰਾ ਠੀਕ ਹੈ ਜਾਂ ਅਕਾਲੀ ਦਲ ਠੀਕ ਹੈ ਜਾਂ ਕਾਂਗਰਸ ਠੀਕ ਹੈ? ਨਹੀਂ, ਮੈਂ ਇਹ ਕਹਿਣਾ ਕਿ ਇਹ ਲਫ਼ਜ਼ ਜਿਹੜੇ ਅੱਜ ਡੇਰੇ ਦੇ ਬਾਕੀ ਸਮਰਥਕਾਂ ਨੇ ਇਹ ਗੱਲ ਕੀਤੀ ਹੈਗੀ ਆ 2017 ਤੋਂ ਲੈ ਕੇ 2020 ਤੱਕ ਕਿਉਂ ਨਹੀਂ ਕੀਤੀ? ਅੱਜ 2020 ਦੇ ਵਿੱਚ ਉਹਨਾਂ ਦੇ ਮੂੰਹ ਦੇ ਵਿੱਚ ਕਿਹਨੇ ਪਾਈ ਹੈ? ਠੀਕ ਹੈ, ਕਿਹਨੇ ਪਾਈ ਹੈ? ਦਲਜੀਤ ਫਾਈਨਲ ਕਮੈਂਟ ਕੰਕਲੂਡ ਕਰ ਦਿਓ ਪਲੀਜ਼। ਜੀ ਪਮਿਲ ਜੀ, ਇਹ ਸਾਡੇ ਤੇ ਇਲਜ਼ਾਮ ਲਾ ਰਹੇ ਨੇ। ਮੈਂ ਇਹਨਾਂ ਨੂੰ 4-5 ਚੀਜ਼ਾਂ ਪੁੱਛਣਾ। 2007 ਵਾਲੀ FIR ਜਿਹੜੀ ਡੇਰਾ ਦੇ ਖਿਲਾਫ ਹੋਈ, ਉਹ 2012 ਚ ਕੈਂਸਲੇਸ਼ਨ ਕਿਹਨੇ ਫਾਈਲ ਕੀਤੀ? SPGC ਨੇ ਬਿਨਾਂ ਮੰਗਿਆ ਮਾਫੀ ਕਿਹਨੂੰ ਡੇਰੇ ਨੂੰ ਕਿਉਂ ਦਿੱਤੀ? ਜਸਟੀਫਿਕੇਸ਼ਨ ਦੇ ਕੇ ਇਸ਼ਤਿਹਾਰ ਵੀ ਦਿੱਤੇ ਗਏ। SIT ਨੇ ਕੋਈ ਇਨਕੁਆਇਰੀ ਨਹੀਂ ਕੀਤੀ। 2 ਸਿੱਖ ਸ਼ਹੀਦ ਹੋ ਗਏ, ਕੀ ਉਹ ਕਾਂਗਰਸ ਦੀ ਸਰਕਾਰ ਸਮੇਂ ਹੋਏ ਸੀ? ਇਸ ਗੱਲ ਦਾ ਕਿਉਂ ਨਹੀਂ ਜਵਾਬ ਦਿੰਦੇ? ਫੈਕਟ ਦੇ ਉੱਪਰ ਕਿਉਂ ਨਹੀਂ ਆਉਂਦੇ? ਇਹਨਾਂ ਜਬ 2 ਸਿੱਖਾਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਗੱਲ ਦਾ ਜਵਾਬ ਦੇਣ ਨੂੰ ਤਿਆਰ ਹੀ ਨਹੀਂ ਹੈ। ਮੈਂ ਹੈਰਾਨ ਇਹਨਾਂ ਤੇ। ਹਰ ਗੱਲ ਕਾਂਗਰਸ। ਇਹ ਜ਼ਿੰਮੇਵਾਰੀ ਲੈਣਾ ਸਿੱਖੀਏ। ਆਪਾਂ ਇੱਕ ਜ਼ਿੰਮੇਵਾਰ ਇਨਸਾਨ ਆ, ਜ਼ਿੰਮੇਵਾਰ ਪਾਰਟੀਆਂ ਦੇ ਬੁਲਾ ਰਹੇ ਆ। ਆਪਾਂ ਜ਼ਿੰਮੇਵਾਰੀ ਤੋਂ ਨਾ ਭੱਜੀਏ। ਠੀਕ ਹੈ। ਇੰਸੀਡੈਂਟ ਹੋਏ ਨੇ ਇਹ ਅਕਾਲੀ ਦਲ ਦੇ ਸਮੇਂ ਹੋਏ ਨੇ ਕਿ ਕਾਂਗਰਸ ਦੇ ਸਮੇਂ ਹੋਏ ਨੇ? ਠੀਕ ਹੈ। ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਵੱਡੇ ਐਲੀਗੇਸ਼ਨ ਜਿਹੜੇ ਹੈਗੇ ਨੇ ਡੇਰਾ ਸਮਰਥਕਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਲਾਏ ਨੇ। ਉਹਨਾਂ ਨੇ ਆਖਿਆ ਹੈ ਕਿ ਵੋਟਾਂ ਲੈਣ ਦੇ ਲਈ ਅਕਾਲੀ ਦਲ ਨੇ ਡੇਰੇ ਨੂੰ ਅਪਰੋਚ ਕੀਤੀ 2017 ਦੇ ਵਿੱਚ ਔਰ ਡੇਰੇ ਨੇ ਅਕਾਲੀ ਦਲ ਦੇ ਸਮਰਥਨ ਦੇ ਵਿੱਚ ਵੋਟਾਂ ਵੀ ਪਾਈਆਂ। ਔਰ ਦੂਸਰੀ ਗੱਲ, ਕਾਂਗਰਸ ਦੇ ਉੱਤੇ ਵੀ ਐਲੀਗੇਸ਼ਨ ਲਾ ਰਹੇ ਨੇ ਕਿਉਂਕਿ ਅਕਾਲੀ ਦਲ ਦੇ ਸਮਰਥਨ ਦੇ ਵਿੱਚ ਵੋਟਾਂ ਪਾਈਆਂ, ਇਸ ਦੇ ਲਈ ਕਾਂਗਰਸ ਬਦਲੇ ਦੀ ਭਾਵਨਾ ਦੇ ਨਾਲ ਉਹਨਾਂ ਦੇ ਅਗੇਂਸਟ ਕਾਰਵਾਈ ਕਰ ਰਹੀ ਹੈਗੀ ਆ। ਪਰ ਪੰਜਾਬ ਦੇ ਲੋਕਾਂ ਦਾ ਸਵਾਲ ਉੱਥੇ ਹੀ ਅਜੇ ਤੱਕ ਖੜਾ ਹੈਗਾ। SIT ਆਪਣਾ ਕੰਮ ਕਰ ਰਹੀਆਂ ਨੇ, 2 SIT ਔਰ ਤੀਸਰਾ CBI ਵੱਖਰੇ ਤੌਰ ਦੇ ਉੱਤੇ ਰਿਐਕਟ ਕਰ ਰਹੀ ਹੈ ਕਲੋਜ਼ਰ ਰਿਪੋਰਟ ਫਾਈਲ ਕਰਨ ਤੋਂ ਬਾਅਦ ਵੀ। ਪਰ ਪੰਜਾਬ ਦੇ ਲੋਕਾਂ ਦਾ ਸਵਾਲ ਉੱਥੇ ਹੀ ਖੜਾ ਹੈਗਾ ਕਿ ਬੇਅਦਬੀ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ, ਗੋਲੀकांड ਦੇ ਦੋਸ਼ੀ, ਅਸਲ ਦੋਸ਼ੀ ਕਦੋਂ ਤੱਕ ਫੜੇ ਜਾਣਗੇ? ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਮਾਫੀ ਚਾਹੁੰਦਾ ਜਿਨ੍ਹਾਂ ਦੇ ਕੋਲ ਹੋਰ ਸਾਡੇ ਕੋਲ ਸਮਾਂ ਨਹੀਂ ਹੈਗਾ। ਬਹੁਤ ਸ਼ੁਕਰੀਆ।